नाल जिनी नाम ते आया, गए मशक्कत काल, नानक ते मुख उजले, केती छुट्टी नाल। वाहेगुरु जी का खालसा, वाहेगुरु जी की फतेह। श्री वाहिगुरु। गुरु नानक पाद पंकज बंदन, पाद पंकज बंदन, समरो अंगद दुख, गुर अमरदास हृदय नित, हृदय श्री गुरु रामदास, गुरु अर्जन बिघ्नन के, बिघ्नन के हार गोबिंद शुभ मत, श्री हर राय नमो कर, नमो कर। श्री हर कृष्ण तेग बहादुर परम, सतगुर परम, श्री गुरु गोबिंद सिंह बिसाला। तरो तरा पर पुन पुन सीसा जी, पुन पुन सीसा, बंदा बार बार जगदीसा। एकंकार सतगुरु ते प्रसाद सच होए, वाहेगुरु जी की फतेह है, विघ्न विनाशन सोए। जिसमें अमृत ज्ञान है, मानक भगत वैराग, गुरु ग्रंथ साहिब उदद, बंदों करे अनुराग। गुरु ग्रंथ साहिब उदद, बंदों करे अनुराग। सतनाम श्री वाहिगुरु
ਗੁਰੂ ਸਾਹਿਬ ਜੀਓ। ਚੌਪਈ। ਤੈਂ ਪਾਛੇ ਸ਼੍ਰੀ ਗੁਰ ਜਗਤੇਸ਼ਾ, ਰਹਿਤੇ ਉਦਾਸ ਦੁਰਾਏ ਬੇਸਾ। ਕੋ ਕਲਾਵਾਨ ਕਰ ਕਹਿੀ, ਜੋ ਸਤ ਸੰਗੀ ਮਾਨਵ ਐਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਜਿਨ ਕੇ ਭਾਗ ਬੜੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਗਰੀਬ ਨਵਾਜ ਅਨੇਕਾਂ ਜੀਵਾਂ ਦੀ ਕਲਿਆਣ ਕਰ ਰਹੇ ਨੇ। ਨਨਕਾਣਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਨੂੰ ਪਾਵਨ ਕਰ ਰਹੇ ਨੇ। ਪਿਤਾ ਜੀ ਨੇ ਵਿਚਾਰ ਕੀਤੀ ਕਿ ਨਾਨਕ ਨੂੰ ਖੇਤੀ ਦੇ ਕੰਮ ਵਿੱਚ ਲਾਵਾਂ। ਸਵਾ ਮਣ ਬੀਜ ਘਰੋਂ ਦਿੱਤਾ, 2 ਬਲਦਾਂ ਦੀ ਜੋੜੀ। ਹਲ ਦੇ ਕੇ ਆਖਿਆ, ਬੇਟਾ ਜਾਓ ਖੇਤੀ ਕਰੋ, ਬੀਜ ਬੀਜੋ, ਧਨ ਕਮਾ ਕੇ ਲਿਆਓਗੇ, ਘਰ ਦਾ ਗੁਜ਼ਾਰਾ ਵਧੀਆ ਚੱਲੇਗਾ। ਪਿਤਾ ਜੀ ਦੇ ਬਚਨ 7 ਬਚਨ ਕਹਿ ਕੇ ਸਤਿਗੁਰੂ ਜੀ ਗਏ। ਖੇਤ ਵਿੱਚ ਸਿਆੜ ਕੱਢੇ, ਹਲ ਵਾਇਆ, ਬੀਜ ਬੀਜਿਆ। 3 ਕੁ ਦਿਨਾਂ ਦੇ ਵਿੱਚ ਬੀਜ ਉਗਾਇਆ। ਪਿਤਾ ਜੀ ਨੇ ਨਿਗਾਹ ਮਾਰੀ, ਬੜੇ ਖੁਸ਼ ਹੋਏ ਕਿ ਮੇਰਾ ਪੁੱਤਰ ਚੰਗਾ ਕ੍ਰਿਖੀਕਾਰ ਹੋਵੇਗਾ, ਬਹੁਤ ਪੈਸਾ ਲਿਆਵੇਗਾ, ਇਹਨੂੰ ਵੱਖਰਾ ਪਿੰਡ ਵਸਾ ਦਿਆਂਗਾ। ਸਤਿਗੁਰਾਂ ਵੇਖਿਆ ਕਿ ਪਿਤਾ ਜੀ ਦੇ ਮਨ ਵਿੱਚ ਸਾਡੇ ਪ੍ਰਤੀ ਇਹ ਆਸ ਹੈ ਕਿ ਅਸੀਂ ਇਹਨਾਂ ਨੂੰ ਪੈਸੇ ਕਮਾ ਕੇ ਦੇਣੇ ਆ। ਇਹਨਾਂ ਦੇ ਮਨ ਦੀ ਇਹ ਆਸ ਦੂਰ ਕਰ ਦਈਏ। ਕਣਕ ਦਾ ਬੀਜ ਬੀਜਿਆ ਸੀ, ਫਸਲ ਜਦੋਂ ਥੋੜੀ ਜਿਹੀ ਵੱਡੀ ਹੋਈ, ਪਸ਼ੂਆਂ ਨੂੰ ਚਰਾ ਦਿੱਤੀ। ਵੇਖ ਕੇ ਪਿਤਾ ਜੀ ਕ੍ਰੋਧ ਵਿੱਚ ਆਏ, ਬਹੁਤ ਸਾਰੇ ਬੋਲ ਕਬੋਲ ਸਾਹਿਬ ਨੂੰ ਕਹੇ। ਸਤਿਗੁਰੂ ਜੀ ਅੱਗੋਂ ਕਿਸੇ ਪ੍ਰਕਾਰ ਦਾ ਕੋਈ ਜਵਾਬ ਨਹੀਂ ਦਿੱਤਾ। ਪੰਡਤ ਹਰਦਿਆਲ ਨੂੰ ਜਾ ਕੇ ਉਲਾਂਭੇ ਦਿੱਤੇ, ਤੂੰ ਤਾਂ ਕੁਝ ਹੋਰ ਕਹਿੰਦਾ ਸੀ, ਹੋ ਕੁਝ ਹੋਰ ਰਿਹਾ। ਤੂੰ ਕਹਿੰਦਾ ਸੀ ਮੇਰੇ ਸਿਰ ਤੇ ਛਤਰ ਝੁਲਾਵੇਗਾ, ਇਹਨੇ ਤੇ ਜਿਹੜਾ ਛਤਰ ਮੇਰੇ ਸਿਰ ਤੇ ਪਹਿਲਾਂ ਝੂਲਦਾ ਉਹ ਵੀ ਨਹੀਂ ਰਹਿਣ ਦੇਣਾ। ਜਦੋਂ ਦੀ ਇਹਨੇ ਸੁੱਧ ਸੰਭਾਲੀ ਆ, ਘਰ ਉਜਾੜਦਾ ਹੈ। ਪੰਡਤ ਜੀ ਨੇ ਕਹਿ ਦਿੱਤਾ ਹਰਦਿਆਲ ਜੀ ਨੇ ਕਿ ਮੈਂ ਤੈਨੂੰ ਇਹ ਗੱਲ ਕਹੀ ਸੀ ਕਿ ਇਹ ਧਨ ਕਮਾਉਣ ਵਾਸਤੇ ਨਹੀਂ ਆਏ, ਇਹਨਾਂ ਦੇ ਪ੍ਰਯੋਜਨ ਹੋਰ ਨੇ ਸੰਸਾਰ ਵਿੱਚ ਆਉਣ ਦੇ। ਸਾਡੇ ਵਰਗੇ ਜੀਵਾਂ ਨੂੰ ਤਾਰਨ ਵਾਸਤੇ ਭਵ ਸਾਗਰ ਵਿੱਚ ਆਏ ਹਨ। ਕਲ ਕੇ ਸਭ ਦੁੱਖ ਨਿਵਾਰਨ ਕੋ, ਭਵ ਤਾਰਨ ਕੋ, ਜਗ ਭੀਤਰੇ ਆਏ। ਜਗ ਜੀਰਨ ਸਾਧਨ ਦੂਰ ਕਰੇ, ਦ੍ਰਿੜ ਸਾਧਨ ਰਾਮਹਿ ਨਾਮ ਬਤਾਏ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤ ਕਥਾ ਸਰਵਣ ਕਰੀਏ।
ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤੈਂ ਪਾਛੇ ਸ੍ਰੀ ਗੁਰ ਜਗਤੇਸ਼ਾ। ਜਗਤ ਦੇ ਈਸ਼ਵਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਖੇਤ ਉਜਾੜ ਦਿੱਤੇ, ਫਸਲ ਸਾਰੀ ਜਾਨਵਰਾਂ ਨੂੰ ਖਵਾ ਦਿੱਤੀ, ਉਸ ਤੋਂ ਬਾਅਦ ਰਹਿਤ ਉਦਾਸ ਦੁਰਾਏ ਬੇਸਾ। ਸਤਿਗੁਰੂ ਜੀ ਆਪਣਾ ਆਪ ਛੁਪਾ ਕੇ ਲੁਕ ਕੇ ਰਹਿੰਦੇ ਆ, ਬੋਲਦੇ ਨਹੀਂ ਹਨ ਕੁਝ, ਬਿਲਕੁਲ ਅਬੋਲ ਅਵਸਥਾ 'ਚ ਰਹਿੰਦੇ ਹਨ। ਕੋ ਕਲਾਵਾਨ ਕਰ ਕਹਿੀ। ਕੋਈ ਵਿਅਕਤੀ ਸਤਿਗੁਰੂ ਜੀ ਨੂੰ ਕਲਾਵਾਨ ਕਹਿ ਕੇ ਸੰਬੋਧਨ ਕਰਦਾ ਹੈ। ਕੋਈ ਵਿਅਕਤੀ ਇਹ ਜਾਣਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਕੋਈ ਸਧਾਰਨ ਵਿਅਕਤੀ ਨਹੀਂ ਹਨ, ਸਾਡੇ ਵਰਗੇ ਕੋਈ ਆਮ ਇਨਸਾਨ ਨਹੀਂ ਹਨ। ਕੋਈ ਮਨੁੱਖ ਇਹ ਜਾਣਦਾ ਹੈ ਕਿ ਆਪ ਨਿਰੰਕਾਰ ਨੇ ਇਸ ਮਾਤ ਲੋਕ ਦੀ ਧਰਤੀ ਤੇ ਮਾਨਵੀ ਸਰੀਰ ਧਾਰਨ ਕਰਕੇ ਆਏ ਹਨ। ਜੋ ਸਤ ਸੰਗੀ ਮਾਨਵ ਐਹੀ। ਕੌਣ ਜਾਣਦੇ ਨੇ ਗੁਰੂ ਸਾਹਿਬ ਦੇ ਬਾਰੇ? ਜਿਹੜੇ ਸਤਿਗੁਰਾਂ ਦੇ ਸਤ ਸੰਗੀ ਸਨ, ਬਚਪਨ ਤੋਂ ਮਹਾਰਾਜ ਜੀ ਦੇ ਨਾਲ ਰਹਿੰਦੇ ਸੀ, ਸਤਿਗੁਰੂ ਜੀ ਦੇ ਬਚਨ ਸੁਣਦੇ ਸੀ, ਸਤਿਗੁਰਾਂ ਨਾਲ ਖੇਡਦੇ ਸੀ, ਉਹ ਮਹਾਰਾਜ ਜੀ ਦੀ ਮਹਿਮਾ ਨੂੰ ਜਾਣਦੇ ਹਨ। ਨਰ ਮਤ ਮੰਦ ਨਾ ਲੱਖ ਸੁਖ ਕੰਦਾ। ਜਿਹੜੇ ਮਾੜੀ ਮਤ ਵਾਲੇ ਲੋਕ ਨੇ ਉਹ ਨਹੀਂ ਜਾਣਦੇ ਕਿ ਸਤਿਗੁਰੂ ਜੀ ਸੁੱਖਾਂ ਦੇ ਮੂਲ ਹਨ, ਇਹਨਾਂ ਵਿੱਚੋਂ ਹੀ ਸਾਰੇ ਸੁੱਖ ਉਤਪੰਨ ਹੁੰਦੇ ਹਨ। ਨੈ ਜਾਣੇ ਇਹ ਰੂਪ ਮੁਕੰਦਾ। ਇਹ ਵੀ ਨਹੀਂ ਜਾਣਦੇ ਕਿ ਇਹ ਮੁਕਤੀ ਦੇ ਦਾਤੇ ਹਨ, ਇਹ ਮੁਕਤੀ ਦੇਣ ਵਾਸਤੇ ਹੀ ਸਰੂਪ ਧਾਰਨ ਕਰਕੇ ਆਏ ਹਨ। ਵਹਿਰ ਨਗਰ ਤੇ ਬਿਟਪ ਜੋ ਦੂਰਾ। ਕੀ ਕਰਦੇ ਨੇ ਸਤਿਗੁਰੂ ਜੀ? ਨਗਰ ਤੋਂ ਬਾਹਰ ਜਿਹੜੇ ਦੂਰ ਦਰਖਤ ਨੇ, ਨਗਰ ਤੋਂ ਵਾਰ-ਵਾਰ ਜਿਹੜੇ ਦੂਰ ਦਰਖਤ ਹਨ, ਬਾਸੁਰ ਬੈਸੇ ਤੈ ਜਗ ਮੂਰਾ। ਉਹਨਾਂ ਦਰਖਤਾਂ ਦੇ ਝੁੰਡ 'ਚ ਜਾ ਕੇ ਸਤਿਗੁਰੂ ਜੀ ਸਾਰਾ ਦਿਨ ਬੈਠੇ ਰਹਿੰਦੇ ਆ, ਜੋ ਸਾਰੇ ਜਗਤ ਦੇ ਮੂਲ ਨੇ, ਜਿਨ੍ਹਾਂ ਤੋਂ ਸਾਰਾ ਜਗ ਪੈਦਾ ਹੋਇਆ ਹੈ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੂਰ ਜਿਹੜੇ ਨਗਰ ਤੋਂ ਜੰਗਲ ਦੇ ਇਲਾਕੇ ਹਨ ਜਾਂ ਦਰਖਤ ਨੇ, ਉਹਨਾਂ ਦਰਖਤਾਂ ਦੀ ਛਾਂ ਦੇ ਵਿੱਚ ਸਤਿਗੁਰੂ ਜੀ ਦਿਨੇ ਬੈਠਦੇ ਹਨ। ਕਾਲ ਬਿਤਾਵੇਂ ਰਹਿਤ ਇਕਾਕੀ। ਜ਼ਿਆਦਾ ਸਮਾਂ ਮਹਾਰਾਜ ਜੀ ਉਹਨਾਂ ਦਰਖਤਾਂ ਦੀ ਛਾਂ ਥੱਲੇ ਬਤੀਤ ਕਰਦੇ ਆ ਔਰ ਇਕਾਂਤ ਵਿੱਚ ਰਹਿੰਦੇ ਆ। ਜਿੱਥੇ ਭੀੜ ਹੁੰਦੀ ਹੈ, ਇਕੱਠ ਹੁੰਦਾ, ਉੱਥੇ ਨਹੀਂ ਬੈਠਦੇ, ਇਕਾਂਤ ਵਿੱਚ ਜਾ ਕੇ ਸਤਿਗੁਰੂ ਜੀ ਕੁਝ ਸਮਾਂ ਬਤੀਤ ਕਰਦੇ ਹਨ। ਬੋਲਣ ਮਿਲਨ ਨਾ ਲੈ ਸੁਧ ਕਾਕੀ। ਨਾ ਕਿਸੇ ਨਾਲ ਬੋਲਦੇ ਨੇ, ਨਾ ਕਿਸੇ ਨੂੰ ਮਿਲਦੇ ਨੇ, ਨਾ ਕਿਸੇ ਦਾ ਹਾਲ ਚਾਲ ਪੁੱਛਦੇ ਆ, ਏਦਾਂ ਬਿਲਕੁਲ ਚੁੱਪ ਹੀ ਰਹਿੰਦੇ ਆ ਸਤਿਗੁਰੂ ਜੀ। ਏਕ ਦਿਵਸ ਪਾਦਪ ਦਲ ਸੁੰਦਰ। ਇੱਕ ਦਿਨ ਦਾ ਬਚਨ ਹੈ ਕਿ ਇੱਕ ਦਰਖਤ ਦੀ ਸੰਘਣੀ ਛਾਂ ਦੇ ਥੱਲੇ ਸਗਨ ਛਾਉ ਬੈਠੇ ਗੁਣ ਮੰਦਰ। ਥੱਲੇ ਬੜਾ ਸੋਹਣਾ ਮਿਰਦੁਲ ਵਿਛਾਉਣਾ ਸੀ, ਯਾਨੀ ਕਿ ਘਾਹ ਸੀ, ਤੇ ਦਰਖਤ ਦੀ ਬੜੀ ਸੰਘਣੀ ਛਾਂ ਸੀ। ਉਸ ਛਾਂ ਦੇ ਥੱਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜੇ ਹੋਏ ਨੇ। ਜਬ ਦਿਨ ਕੇ ਜੁਗ ਜਾਮ ਬਿਤਾਏ। ਉਸ ਦਰਖਤ ਦੀ ਛਾਂ ਥੱਲੇ ਮਹਾਰਾਜ ਜੀ ਬਿਰਾਜੇ ਹੋਏ ਨੇ। ਤਕਰੀਬਨ 2 ਪਹਿਰ ਦਾ ਸਮਾਂ ਬਤੀਤ ਹੋ ਗਿਆ, ਦੁਪਹਿਰ ਦਾ ਵੇਲਾ ਹੋਇਆ। ਦੁੱਖ ਮੋਚਨ ਲੋਚਨ ਅਲਸਾਏ। ਦੁੱਖਾਂ ਦਾ ਨਾਸ਼ ਕਰਨ ਵਾਲੇ ਸਤਿਗੁਰੂ ਜੀ ਨੇ ਨੇਤਰ ਬੰਦ ਕੀਤੇ। ਸੁੰਦਰ ਬਸਤਰ ਵਿਛਾਏ ਵਿਛੋਨਾ। ਸੋਹਣਾ ਜਿਹਾ ਵਿਛੋਣਾ ਮਹਾਰਾਜ ਜੀ ਨੇ ਥੱਲੇ ਵਿਛਾਇਆ ਹੋਇਆ ਹੈ। ਪੋਡੇ ਪੁਨ ਅਨਕੰਪਾ ਭੋਨਾ। ਜੋ ਕਿਰਪਾ ਦੇ ਸਾਗਰ ਨੇ, ਕਿਰਪਾ ਦੇ ਘਰ ਨੇ,
ਉਸ ਵਿਛੋਣੇ ਦੇ ਉੱਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਲੇਟ ਗਏ ਹਨ। ਦੋਏ ਮਹੂਰਤ ਜਬੇ ਬਿਤਾਵਾ। ਲੇਟਦਿਆਂ ਮਹਾਰਾਜ ਜੀ ਨੇ ਜਦੋਂ 2 ਘੜੀਆਂ ਦਾ ਸਮਾਂ ਬਤੀਤ ਕੀਤਾ, ਚੱਲ ਬੁਲਾਰ ਤੈ ਮਾਰ ਗਿਆ ਵਾ। ਇੰਨੇ ਨੂੰ ਰਾਏ ਬੁਲਾਰ ਕਿਤੇ ਉਸੇ ਰਸਤੇੋਂ ਲੰਘ ਕੇ ਆ ਰਿਹਾ ਸੀ ਜਿੱਥੇ ਸਤਿਗੁਰੂ ਜੀ ਬਿਰਾਜੇ ਨੇ ਦਰਖਤ ਦੇ ਥੱਲੇ। ਉੱਥੇ ਇੰਨੇ ਨੂੰ ਰਾਏ ਬੁਲਾਰ ਉਹ ਉੱਥੋਂ ਲੰਘਦਾ ਲੰਘਦਾ ਪਹੁੰਚਿਆ। ਪੇਖ ਅਚੰਬੋ ਮਨ ਬਿਸਮਾਨਾ। ਰਾਏ ਬੁਲਾਰ ਨੇ ਜਦੋਂ ਅਚੰਭਾ ਵੇਖਿਆ ਤੇ ਹੈਰਾਨ ਹੋ ਗਿਆ। ਉਹਨੇ ਬੜਾ ਅਚਰਜਮਈ ਅਚੰਭਾ ਵੇਖਿਆ, ਉਹ ਹੈਰਾਨ ਹੋ ਗਿਆ। ਰਾਏ ਬੁਲਾਰ ਦੰਗ ਹੋ ਗਿਆ। ਸ਼ੋਰ ਬਹੀਨ ਭਇਓ ਠਹਿਰਾਨਾ। ਬਿਲਕੁਲ ਸ਼ਾਂਤ ਹੋ ਕੇ ਰਾਏ ਬੁਲਾਰ ਖਲੋ ਗਿਆ ਇੱਕ ਪਾਸੇ। ਵੇਖਿਆ ਗੁਰੂ ਨਾਨਕ ਸਾਹਿਬ ਬਿਰਾਜੇ ਹੋਏ ਨੇ। ਇੱਕ ਬੜੀ ਅਚੰਭਤ ਖੇਡ ਉਹਨੇ ਵੇਖੀ ਹੈ, ਅਚਰਜ ਵੇਖਿਆ, ਤੇ ਬਿਲਕੁਲ ਚੁੱਪਚਾਪ ਤੇ ਸ਼ਾਂਤ ਹੋ ਕੇ ਰਾਏ ਬੁਲਾਰ ਖਲੋ ਗਿਆ। ਨਿਜ ਸੰਗੀ ਸੋ ਬਚਨੀ ਅਲਾਵਾ। ਆਪਣੇ ਸੰਗੀਆਂ ਨੂੰ, ਆਪਣੇ ਨਾਲ ਦੇ ਸਾਥੀਆਂ ਨੂੰ ਇਸ਼ਾਰਾ ਕੀਤਾ। ਦੇਖੋ ਅਚਰਜ ਇਹੋ ਸੁਹਾਵਾ। ਇਸ਼ਾਰਾ ਕਰਕੇ ਕਹਿੰਦਾ ਵੇਖੋ ਕੈਸਾ ਅਚਰਜ ਹੋ ਰਿਹਾ ਹੈ। ਵੇਖੋ ਬਈ ਇਹ ਕਿਸ ਤਰ੍ਹਾਂ ਦੀ ਅਚਰਜ ਕਲਾ ਵਰਤ ਰਹੀ ਹੈ। ਸੁੰਦਰ ਸੁਖ ਮੰਦਰ ਸੁਤ ਕਾਲੂ। ਕਹਿੰਦੇ ਵੇਖੋ ਕਿਤਨੇ ਸੁੰਦਰ ਸਰੂਪ ਨੇ ਕਾਲੂ ਜੀ ਦੇ ਪੁੱਤਰ, ਜੋ ਸੁੱਖਾਂ ਦਾ ਮੂਲ ਨੇ। ਧੰਨ ਗੁਰੂ ਨਾਨਕ ਸਾਹਿਬ ਕਿਤਨੇ ਸੁੰਦਰ ਨੇ। ਸਤਿਗੁਰੂ ਜੀ ਦਾ ਸੁੰਦਰ ਸਰੂਪ ਕਿਤਨਾ ਅਤੀ ਸੁੰਦਰ ਹੈ। कैसे अचरज कौतुक वर्ता रहे ने। सोयो अजमत जास बिसालू। वेखो कालू जी दे सपुत्र बिराजे हुए ने और सौ रहे ने, और उन्हां दे सुत्तियां अजमत वर्त रही है। वो आराम विच ने। सुते सिद्ध अजमत वर्त रही है, सुते सिद्ध कला वर्त रही है। ਢਰਗਾ ਸਭ ਪਾਦਪ ਪਰਛਾਵਾਂ। ਕੀ ਕਰਾਮਾਤ ਵਰਤ ਰਹੀ ਹੈ, ਕਿਹੜਾ ਅਚਰਜ ਸੀ। ਰਾਏ ਬੁਲਾਰ ਕਹਿੰਦਾ ਸਾਰੇ ਦਰਖਤਾਂ ਦੀ ਛਾਂ ਜਿਹੜੀ ਆ ਉਹ ਟਲ ਗਈ ਹੈ, ਕਿਉਂਕਿ ਦੁਪਹਿਰ ਦਾ ਵੇਲਾ ਸੀ। ਦਰਖਤਾਂ ਦੀ ਛਾਂ ਤਾਂ ਘੁੰਮਣੀ ਸੀ। ਕਹਿੰਦੇ ਜਿੰਨੇ ਨੇੜੇ ਦਰਖਤ ਨੇ ਉਹਨਾਂ ਸਾਰੇ ਦਰਖਤਾਂ ਦੀ ਛਾਂ ਜਿਹੜੀ ਹੈ ਉਹ ਢਲ ਕੇ ਦੂਜੇ ਪਾਸੇ ਚਲੀ ਗਈ ਹੈ। ਨਹੀਂ ਟਰਿਓ ਜੈ ਇਨ ਸੁਖ ਪਾਵਾ। ਪਰ ਜਿੱਥੇ ਨਾਨਕ ਜੀ ਬਿਰਾਜੇ ਹੋਏ ਨੇ ਉਸ ਦਰਖਤ ਦੀ ਛਾਂ ਢਲ ਕੇ ਦੂਜੇ ਪਾਸੇ ਨਹੀਂ ਗਈ, ਉਹ ਬਿਲਕੁਲ ਉਸੇ ਤਰ੍ਹਾਂ ਸਥਿਰ ਹੈ। ਕਹਿੰਦਾ ਕੈਸਾ ਅਚਰਜ ਹੈ। ਵੇਖੋ ਨਾਲਦਿਆਂ ਨੂੰ ਇਸ਼ਾਰਾ ਕਰਕੇ ਕਹਿੰਦਾ ਵੇਖੋ ਸਾਹਮਣੇ ਪ੍ਰਤੱਖ ਨਜ਼ਰ ਆ ਰਿਹਾ। ਉਹ ਦਰਖਤ ਬੜਾ ਵੱਡਾ ਸੀ, ਉਹ ਦਰਖਤ ਦੀ ਬਾਕੀ ਛਾਂ ਢਲ ਗਈ ਹੈ, ਪਰ ਜਿੱਥੇ ਸਤਿਗੁਰੂ ਜੀ ਬਿਰਾਜੇ ਨੇ ਓਨੀ ਕੁ ਛਾਂ ਉਹ ਮਹਾਰਾਜ ਜੀ ਦੇ ਉੱਤੇ ਟਿਕੀ ਹੋਈ ਹੈ। ਉਹ ਛਾਂ, ਉਹ ਪਰਛਾਵਾਂ ਦਰਖਤ ਦਾ ਢਲ ਕੇ ਦੂਜੇ ਪਾਸੇ ਨਹੀਂ ਗਿਆ ਹੋਇਆ। ਨਿਸ਼ਚੇ ਕਲਾਵਾਨ ਅਵਤਾਰਾ। ਕਹਿੰਦਾ ਇਹ ਤਾਂ ਨਿਸ਼ਚੇ ਹੀ, ਪਹਿਲਾਂ ਤਾਂ ਮੇਰੇ ਮਨ 'ਚ ਥੋੜੀ ਬਹੁਤੀ ਸੀਗੀ ਵਿਚਾਰ, ਪਰ ਹੁਣ ਮੈਂ ਜਾਣ ਲਿਆ ਕਿ ਇਹ ਕਲਾਵਾਨ ਅਵਤਾਰ ਨੇ, ਇਹ ਖੁਦਾ ਨੇ, ਇਹ ਪੈਗੰਬਰ ਨੇ, ਇਹ ਆਪ ਰੱਬ ਨੇ, ਇਹ ਸੰਸਾਰ ਦੇ ਵਿੱਚ ਆਏ ਹੋਏ ਨੇ। ਰਹਿਤ ਦੁਰਾਏ ਆਪਨ ਪੋਸਾਰਾ। ਸਾਰੇ ਆਪਣਾ ਆਪ ਛੁਪਾ ਕੇ ਰੱਖਦੇ ਨੇ, ਇਹ ਆਪਣਾ ਆਪ ਲੁਕਾ ਕੇ ਰੱਖਦੇ ਹਨ। ਪਾਵਕ ਬੀਜ ਭਸਮ ਕੇ ਜੈਸੇ। ਕਿਵੇਂ? ਜਿਵੇਂ ਅੱਗ ਦੇ ਵਿੱਚ, ਸਵਾਹ ਦੇ ਵਿੱਚ ਅੱਗ ਛੁਪੀ ਹੁੰਦੀ ਹੈ ਨਾ, ਉੱਤੇ ਉੱਤੇ ਸਵਾਹ ਹੁੰਦੀ, ਵਿੱਚ ਥੱਲੇ ਅੱਗ ਹੁੰਦੀ ਹੈ। ਹੁਣ ਜਿਵੇਂ ਸਵਾਹ ਅੱਗ ਨੂੰ ਆਪਣੇ 'ਚ ਲੁਕੋ ਕੇ ਰੱਖਦੀ ਹੈ, ਇਸੇ ਤਰ੍ਹਾਂ ਇਹ ਆਪਣੇ ਆਪ ਨੂੰ ਲੁਕਾ ਕੇ ਰੱਖਦੇ ਨੇ, ਇਹ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਹਨ। ਤੇਜ ਨ ਲਖਿਓ ਪਰਤ ਹੈ ਕੈਸੇ। ਹੁਣ ਜਿਵੇਂ ਸਵਾਹ ਦੇ ਵਿੱਚ ਅੱਗ ਛੁਪੀ ਹੁੰਦੀ ਆ, ਉੱਤੋਂ ਦਾ ਤੇਜ ਨਹੀਂ ਪਤਾ ਲੱਗਦਾ ਵੀ ਇਹਦੇ ਵਿੱਚ ਤੇਜ ਹੈ। ਸਵਾਹ ਨਾਲ ਢੱਕੀ ਹੋਵੇ ਨਾ ਅੱਗ, ਉਹ ਅੱਗ ਦੇ ਤੇਜ ਦਾ ਪਤਾ ਨਹੀਂ ਲੱਗਦਾ। ਪਰ ਜੇ ਲਖਣ ਹਾਰ ਹੋਏ ਕੋ। ਪਰ ਜਿਹੜੇ ਸਿਆਣੇ ਹੁੰਦੇ ਆ ਜਾਣਦੇ ਨੇ ਵੀ ਇਸ ਸਵਾਹ ਦੇ ਥੱਲੇ ਅੱਗ ਹੈ। ਤੈ ਨਿਕਾਸ ਸੀ ਤੈ ਖਵੈਸੋ। ਉਹ ਉਤੋਂ ਸਵਾਹ ਨੂੰ ਪਾਸੇ ਕਰਕੇ ਨਾ ਥੱਲਿਓਂ ਅੱਗ ਕੱਢ ਕੇ ਤੇ ਆਪਣਾ ਠੰਡ ਦੂਰ ਕਰ ਲੈਂਦੇ, ਹੱਥ ਸੇਕ ਲੈਂਦੇ ਆ।
ਉਹ ਆਪਣੀ ਸਰਦੀ ਨੂੰ, ਆਪਣੀ ਠੰਡ ਨੂੰ ਦੂਰ ਕਰ ਲੈਂਦੇ ਹਨ। ਤਿਉ ਇਸ ਕੀ ਸੇਵਾ ਜੋ ਕਰਈ। ਇਸੇ ਤਰ੍ਹਾਂ ਇਹਨਾਂ ਨੇ ਆਪਣਾ ਆਪ ਲੁਕਾ ਕੇ ਛੁਪਾ ਕੇ ਰੱਖਿਆ ਹੋਇਆ। ਪਰ ਹਾਂ, ਜਿਹੜਾ ਇਹਨਾਂ ਦੀ ਸੇਵਾ ਕਰੇਗਾ, ਜਿਹੜਾ ਇਹਨਾਂ ਦੀ ਸੇਵਾ ਵਿੱਚ ਰਹੇਗਾ, ਜਨਮ ਮਰਨ ਤੈ ਕਿਉ ਨਾ ਟਰਈ। ਇਹਨਾਂ ਦੀ ਸੇਵਾ ਜਿਹੜਾ ਕਰੇਗਾ, ਉਹਦਾ ਜਨਮ ਮਰਨ ਭਲਾ ਕਿਉਂ ਨਾ ਟਲੇਗਾ। ਯਾਨੀ ਕਿ ਉਸ ਦੇ ਜਨਮ ਤੇ ਮਰਨ ਦੀ ਨਿਰਵਿਰਤੀ ਅਵਸ਼ ਹੋਵੇਗੀ। ਜਿਹੜਾ ਇਹਨਾਂ ਦੀ ਸੰਗਤ ਕਰੇਗਾ, ਇਹਨਾਂ ਦੀ ਸੇਵਾ ਕਰੇਗਾ, ਉਹ ਜਨਮ ਮਰਨ ਤੋਂ ਰਹਿਤ ਹੋ ਜਾਏਗਾ, ਉਹ ਜਨਮ ਮਰਨ ਤੋਂ ਮੁਕਤ ਹੋ ਜਾਏਗਾ। ਆਗੇ ਬਿਦ ਇੱਕ ਅਚਰਜ ਦੇਖੀ। ਮੈਂ ਇਸ ਤਰ੍ਹਾਂ ਦਾ ਇੱਕ ਅਚਰਜ ਚੋਜ ਇਹਨਾਂ ਦਾ ਪਹਿਲਾਂ ਵੀ ਵੇਖਿਆ। ਸਰਪ ਛਾਉ ਕੀਏ ਪ੍ਰੀਤ ਵਿਸ਼ੇਖੀ। ਕਿ ਜਿਵੇਂ ਚਿੱਟੇ ਰੰਗ ਦੇ ਉਜਵਲ ਸੱਪ ਨੇ ਇਹਨਾਂ ਨੂੰ ਛਾਂ ਕੀਤੀ ਹੋਈ ਸੀ, ਸਰਪ ਨੇ ਛਾਂ ਕੀਤੀ ਸੀ, ਮੈਂ ਉਹ ਵੀ ਚੋਜ ਵੇਖਿਆ। ਅੱਜ ਇਹ ਦਰਖਤ ਆਪਣੀ ਛਾਂ ਘੁਮਾ ਕੇ ਦੂਜੇ ਪਾਸੇ ਨਹੀਂ ਗਿਆ ਲੈ ਕੇ, ਬਿਲਕੁਲ ਟਿਕੀ ਹੋਈ ਹੈ। ਕਹਿੰਦਾ ਅੱਜ ਦੂਜਾ ਅਚਰਜ ਚੋਜ ਮੈਂ ਇਹਨਾਂ ਦਾ ਵੇਖ ਰਿਹਾ। ਅਸਥਿਰ ਰਹੀ ਤਰੋਵਰ ਛਾਇਆ। ਇਸ ਤਰਵਰ ਦੀ, ਇਸ ਦਰਖਤ ਦੀ ਛਾਂ ਇੱਕ ਜਗ੍ਹਾ ਤੇ ਅਸਥਿਰ ਹੈ, ਟਿਕੀ ਹੋਈ ਹੈ। ਅਚਰਜ ਹੀ ਜੁਗ ਬਾਰ ਲਖਾਇਆ। ਕਹਿੰਦਾ ਇਹ ਚੋਜ ਅਚਰਜ ਮੈਂ 2 ਵੇਰੀ ਵੇਖ ਲਿਆ, 2 ਵੇਰੀ ਮੈਂ ਇਹਨਾਂ ਦੀ ਐਸੀ ਅਚਰਜ ਕਲਾ ਨੂੰ ਵੇਖਿਆ। ਅਸ ਕੈ ਬੰਦੇ ਦੋਨੋਂ ਹਾਥਾ। ਇਹ ਕਹਿ ਕੇ ਰਾਏ ਬੁਲਾਰ ਨੇ ਮਹਾਰਾਜ ਜੀ ਦੇ ਚਰਨਾਂ ਤੇ ਦੂਰੋਂ ਹੀ, ਨੇੜੇ ਤਾਂ ਨਹੀਂ ਆਇਆ, ਦੂਰੋਂ ਹੀ ਨਮਸਕਾਰ ਕੀਤੀ, ਵੰਦਨਾ ਕੀਤੀ ਕਿ ਮੈਂ ਨੇੜੇ ਗਿਆ ਤੇ ਕਿਤੇ ਸਤਿਗੁਰੂ ਜੀ ਉੱਠ ਨਾ ਜਾਣ, ਉਹਨਾਂ ਦੀ ਨੀਂਦ ਖਰਾਬ ਨਾ ਹੋਵੇ। ਇਸ ਕਰਕੇ ਦੂਰੋਂ ਹੀ ਬੜੇ ਅਦਬ ਨਾਲ ਨਮਸਕਾਰ ਕੀਤੀ, ਪ੍ਰਣਾਮ ਕੀਤੇ। ਬੰਦਨ ਕੀਏ ਧਰ ਕੇ ਧਰ ਮਾਥਾ। ਜ਼ਮੀਨ ਤੇ ਸਿਰ ਧਰ ਕੇ ਮੱਥਾ ਟੇਕ ਕੇ ਬੜੇ ਅਦਬ ਨਾਲ ਬੰਦਨਾ ਕੀਤੀ। ਹਟਿਓ ਦੂਰ ਤੇ ਸ਼ਰਧਾ ਧਾਰੀ। ਮਨ 'ਚ ਸ਼ਰਧਾ ਧਾਰਨ ਕਰਕੇ ਦੂਰੋਂ ਹੀ ਪ੍ਰਣਾਮ ਕਰਕੇ ਰਾਏ ਬੁਲਾਰ ਜੀ ਬੰਦਨਾ ਕਰਦੇ ਜਾ ਰਹੇ ਨੇ, ਨਮਸਕਾਰ ਕਰਦੇ ਜਾ ਰਹੇ ਹਨ। ਗਮਨਿਓ ਨਗਰ ਹੋਤ ਰਤ ਪਾਰੀ। ਮਨ 'ਚ ਕਹਿੰਦਾ ਜਾ ਰਿਹਾ, ਅਹੋ ਭਾਗ ਮੇਰੇ, ਅਹੋ ਭਾਗ ਮੇਰੇ, ਅਹੋ ਭਾਗ ਮੇਰੇ, ਕਿ ਮੈਨੂੰ ਸਾਹਿਬ ਜੀ ਦੇ ਦਰਸ਼ਨ ਹੋ ਗਏ ਹਨ ਔਰ ਨਗਰ ਦੇ ਵਿੱਚ ਘਰ ਪਹੁੰਚਿਆ। ਸ਼ੁਭ ਬਿਦ ਕਰਤ ਸੰਕਲਪ ਵਿਕਲਪਾ। ਮਨ 'ਚ ਸ਼ੁਭ ਤਰੀਕੇ ਦੇ ਨਾਲ ਕਈ ਤਰ੍ਹਾਂ ਦੇ ਸੰਕਲਪ ਤੇ ਵਿਕਲਪ ਰਾਏ ਬੁਲਾਰ ਜੀ ਆਪਣੇ ਮਨ ਹੀ ਮਨ ਕਰਦੇ ਹਨ। ਦਿਨ ਪ੍ਰਤ ਜੈ ਕੋ ਹੋਏ ਭ੍ਰਮ ਅਲਪਾ। ਦਿਨ ਪ੍ਰਤੀ ਦਿਨ ਰਾਏ ਬੁਲਾਰ ਦੇ ਮਨ ਦਾ ਭਰਮ ਦੂਰ ਹੋ ਰਿਹਾ ਹੈ। ਸਦਨ ਜਾਏ ਵੈਸੇ ਉਹ ਹਰ ਖਾਈ। ਬੜੀ ਖੁਸ਼ੀ ਦੇ ਨਾਲ ਆਪਣੇ ਘਰ ਜਾ ਕੇ ਰਾਏ ਬੁਲਾਰ ਜੀ ਬੈਠੇ ਨੇ। ਮਨ ਇੰਨਾ ਖੁਸ਼ ਹੈ ਕਿ ਉਹ ਖੁਸ਼ੀ ਅੰਗਾਂ ਵਿੱਚ ਨਹੀਂ ਮੇਵਦੀ। ਕਾਲੂ ਗਾ ਤਬ ਸਹਿਜ ਸੁਭਾਈ। ਰਾਏ ਬੁਲਾਰ ਜੀ ਘਰ ਬੈਠੇ ਸਨ ਕਿ ਇੰਨੇ ਨੂੰ ਪਿਤਾ ਮਹਿਤਾ ਕਾਲੂ ਜੀ, ਉਹ ਸੁਭਾਵਕ ਕਿਸੇ ਕੰਮ ਕਰਨ ਨੂੰ, ਕਿਉਂਕਿ ਪਟਵਾਰੀ ਸੀ ਰਾਏ ਬੁਲਾਰ ਜੀ ਦੇ, ਤੇ ਸੁਭਾਵਕ ਹੀ ਪਿਤਾ ਜੀ ਰਾਏ ਬੁਲਾਰ ਜੀ ਦੇ ਕੋਲ ਆਏ। ਸਾਦਰ ਤੈ ਸ਼ੁਭ ਠੌਰ ਬਿਠਾਇਓ। ਬੜੇ ਅਦਬ ਨਾਲ, ਸਤਿਕਾਰ ਨਾਲ ਰਾਏ ਬੁਲਾਰ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਆਪਣੇ ਨੇੜੇ ਬਿਠਾਇਆ। ਬਹੁਰ ਪ੍ਰੇਮ ਸੋ ਬਚਨ ਸੁਨਾਇਓ। ਤੇ ਬੜੇ ਪ੍ਰੇਮ ਨਾਲ ਰਾਏ ਬੁਲਾਰ ਜੀ ਪਿਤਾ ਜੀ ਨੂੰ ਕਹਿਣ ਲੱਗੇ, ਊਰ ਭਾਗ ਕੋ ਭਾਂਜਨ ਕਾਲੂ। ਕਹਿਣ ਲੱਗੇ, ਪਟਵਾਰੀ ਤੇਰੇ ਭਾਗ ਬੜੇ ਵੱਡੇ ਹਨ। ਪੂਰੇ ਸੰਸਾਰ ਭਰ ਵਿੱਚ, ਪੂਰੇ ਵਿਸ਼ਵ ਭਰ ਵਿੱਚ ਅਗਰ ਕਿਸੇ ਦੇ ਸਭ ਤੋਂ ਵੱਡੇ ਭਾਗ ਹਨ ਤਾਂ ਮਹਿਤਾ ਕਾਲੂ ਜੀ ਉਹ ਤੁਹਾਡੇ ਹਨ। ਤੁਹਾਡੇ ਤੋਂ ਵੱਡੇ ਭਾਗ ਹੋਰ ਕਿਸੇ ਦੇ ਨਹੀਂ ਹਨ। ਅਸ ਸੁਤ ਜਨਮੇ ਭਇਓ ਨਿਹਾਲੂ। ਜਿਨ੍ਹਾਂ ਦੇ ਘਰ ਵਿੱਚ ਐਸੇ ਪੁੱਤਰ ਦਾ ਜਨਮ ਹੋਇਆ, ਪਟਵਾਰੀ ਜੀ ਤੁਸੀਂ ਨਿਹਾਲ ਹੋ ਗਏ ਹੋ। ਤੁਹਾਡਾ ਜੀਵਨ ਸਕਾਰਥਾ ਹੋ ਗਿਆ, ਤੁਹਾਡੀ ਜ਼ਿੰਦਗੀ ਧਨ ਹੋ ਗਈ ਹੈ, ਸਫਲ ਹੋ ਗਈ ਹੈ। ਤਦਪ ਸੁਭਾਵ ਤੁਮਾਰ ਕਠੋਰਾ। ਪਰ ਮੈਂ ਤੈਨੂੰ ਹੱਥ ਜੋੜ ਕੇ ਕਹਿਣਾ, ਤੇਰਾ ਸੁਭਾਅ ਥੋੜਾ ਜਿਹਾ ਕਰੜਾ ਹੈ, ਤੇਰਾ ਸੁਭਾਅ
ਥੋੜਾ ਜਿਹਾ ਕਠੋਰ ਹੈ। ਕੋਰਾ ਕਬ ਨਾ ਬੋਲੀਏ ਥੋਰਾ, ਮੇਰੇ ਸਾਹਿਬ ਨੂੰ ਕਦੇ ਕੌੜਵਾ ਨਾ ਬੋਲੀ, ਕੌੜਾ ਨਾ ਬੋਲੀ। ਧੰਨ ਗੁਰੂ ਨਾਨਕ ਸਾਹਿਬ ਮੇਰੇ ਸਾਹਿਬ ਨੇ, ਮੈਂ ਅੱਜ ਤੋਂ ਬਾਅਦ ਉਹਨਾਂ ਦਾ ਮੁਰੀਦ ਹੋ ਗਿਆ। ਕਾਲੂ ਜੀ ਅੱਜ ਤੋਂ ਬਾਅਦ ਕਦੇ ਉਹਨਾਂ ਨੂੰ ਕੜਵਾ ਬੋਲ ਨਾ ਬੋਲੀ, ਕੁੜੱਤਣ ਭਰੇ ਬੋਲ ਉਹਨਾਂ ਦੇ ਪ੍ਰਤੀ ਨਾ ਕਹੀਂ। ਤੈਂ ਸਦਕਾ ਕਰ ਏ ਮਮ ਨਗਰੀ, ਮੈਂ ਆਪਣੀ ਸਾਰੀ ਨਗਰੀ, ਮੈਂ ਆਪਣਾ ਸਾਰਾ ਘਰ, ਮੈਂ ਆਪਣੀ ਸਾਰੀ ਜਾਇਦਾਦ, ਮੈਂ ਆਪਣਾ ਸਭ ਕੁਝ ਮੈਂ ਆਪਣੇ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਸਦਕੇ ਕਰਦਾ ਹਾਂ। ਸਤਿ ਸ੍ਰੀ ਅਕਾਲ। ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਮੈਂ ਆਪਣਾ ਸਭ ਕੁਝ ਸਦਕੇ ਕਰਦਾ। ਮੈਂ ਆਪਣਾ ਇਹ ਸਾਰਾ ਨਗਰ ਉਹਨਾਂ ਤੋਂ ਸਦਕੇ ਕਰਦਾ ਹਾਂ। ਪਾਵਨ ਹੋਤ ਬਸਤ ਸੁਖ ਸਗਰੀ, ਇਹ ਨਗਰੀ ਤਾਂ ਪਵਿੱਤਰ ਹੈ, ਇਹ ਨਗਰੀ ਤਾਂ ਪਾਵਨ ਹੈ ਕਿਉਂਕਿ ਇਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਰਹਿੰਦੇ ਹਨ। ਇਹ ਤਾਂ ਪਵਿੱਤਰ ਹੈ, ਇਹ ਤਾਂ ਪਾਵਨ ਹੈ। ਭੂਲ ਨ ਕੀਜੇ ਕਬੇ ਅਨਾਦਰ, ਭੁੱਲ ਕੇ ਵੀ ਪਟਵਾਰੀ ਤੂੰ ਮੇਰੇ ਸਾਹਿਬ ਦਾ ਕਦੇ ਅਨਾਦਰ ਨਾ ਕਰੀ। ਤੂੰ ਉਹਨਾਂ ਨੂੰ ਪੁੱਤਰ ਸਮਝਦਾ ਹੈ, ਪਰ ਉਹ ਆਪ ਨਿਰੰਕਾਰ ਨੇ, ਆਪ ਅਕਾਲ ਪੁਰਖ ਨੇ। ਭੁੱਲ ਕੇ ਵੀ ਕਦੇ ਤੂੰ ਮੇਰੀ ਨਗਰੀ ਵਿੱਚ ਉਹਨਾਂ ਦਾ ਅਨਾਦਰ ਨਾ ਕਰੀ। ਅਸਨ ਬਸਨ ਦੀਜੇ ਸੁਖ ਸਾਦਰ, ਉਹਨਾਂ ਨੂੰ ਪਹਿਰਨ ਲਈ ਸੋਹਣੇ ਵਸਤਰ, ਖਾਣ ਵਾਸਤੇ ਜੋ ਕਹਿਣ ਉਹਨਾਂ ਨੂੰ ਉਹ ਭੋਜਨ ਸੁਖ ਸਹਿਤ ਸਤਕਾਰ ਸਹਿਤ ਭੇਟ ਕਰਦੇ ਹਨ। ਜਾਮਾ ਮੋਏ ਤੁਰਕ ਕੋ ਆਹੀ, ਕੀ ਕਰਾਂ ਪਟਵਾਰੀ, ਮੇਰਾ ਇਹ ਸਰੀਰ ਦਾ ਜਾਮਾ ਮੁਸਲਮਾਨਾਂ ਦਾ ਹੈ। ਮੈਂ ਮਜ਼ਹਬ ਕਰਕੇ ਮੁਸਲਮਾਨ ਹਾਂ। ਭੋਜਨ ਬਨੇ ਨ ਮਮ ਘਰ ਮਾਈ, ਨਹੀਂ ਤਾਂ ਮੈਂ ਉਹਨਾਂ ਨੂੰ ਘਰ ਲਿਆਉਂਦਾ ਤੇ ਭੋਜਨ ਆਪਣੇ ਘਰ ਹੀ ਛਕਾਉਂਦਾ। ਕਿਉਂਕਿ ਉਹਨਾਂ ਹਾਲੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਤਾਰਨਾ, ਬਾਅਦ ਵਿੱਚ ਰਾਏ ਬੁਲਾਰ ਦੇ ਘਰ ਵੀ ਆ ਕੇ ਭੋਜਨ ਛਕਣਾ, ਪਰ ਹਾਲੇ ਤੱਕ ਤਾਂ ਰਾਏ ਬੁਲਾਰ ਨੂੰ ਗਿਆਨ ਨਹੀਂ ਨਾ ਦਿੱਤਾ ਸਤਿਗੁਰਾਂ ਨੇ। ਤੋ ਰਾਏ ਬੁਲਾ ਉਸ ਵੇਲੇ ਜਿਹੜੀ ਮਰਿਆਦਾ ਸੀ, ਜਿਹੜੇ ਇਦਾਂ ਦੇ ਬੇਦੀ ਸਨ, ਉਹ ਮੁਸਲਮਾਨਾਂ ਦੇ ਘਰ ਭੋਜਨ ਨਹੀਂ ਸਨ ਛਕਦੇ। ਇਸ ਕਰਕੇ ਰਾਏ ਬੁਲਾਰ ਕਹਿੰਦਾ ਮੇਰਾ ਇਹ ਸਰੀਰ ਦਾ ਜਾਮਾ ਮੁਸਲਮਾਨ ਦਾ ਹੈ, ਨਹੀਂ ਤਾਂ ਮੈਂ ਆਪਣੇ ਸਾਹਿਬ ਨੂੰ ਆਪਣੇ ਘਰੇ ਰੱਖਦਾ। ਉਹਨਾਂ ਨੂੰ ਭੋਜਨ ਵੀ ਮੈਂ ਆਪਣੇ ਹੱਥੀਂ ਛਕਾਉਂਦਾ, ਆਪਣੇ ਹੱਥੀਂ ਬਣਾਉਂਦਾ। ਉਹਨਾਂ ਦੀ ਸੇਵਾ, ਉਹਨਾਂ ਦੀ ਟਹਿਲ ਮੈਂ ਆਪਣੇ ਹੱਥੀਂ ਕਰਦਾ। ਨਹੀਂ ਤਾਂ ਰਾਖੋ ਸਾਦਰ ਨਿਜ ਸਦਨਾ, ਨਹੀਂ ਤਾਂ ਮੈਂ ਉਹਨਾਂ ਨੂੰ ਰੱਖਦਾ ਹੀ ਆਪਣੇ ਘਰ ਵਿੱਚ। ਪਟਵਾਰੀ ਮੈਂ ਤਾਂ ਤੈਨੂੰ ਉਹਨਾਂ ਦੇ ਨੇੜੇ ਨਹੀਂ ਸੀ ਆਉਣ ਦੇਣਾ, ਤੂੰ ਉਹਨਾਂ ਦਾ ਅਨਾਦਰ ਕਰਦਾ। ਮੈਂ ਤਾਂ ਰੱਖਦਾ ਹੀ ਉਹਨਾਂ ਨੂੰ ਆਪਣੇ ਘਰ ਵਿੱਚ, ਜੇ ਮੇਰਾ ਵਸ ਚੱਲਦਾ। ਸੋ ਫਲ ਜਨਮ ਸੇਵੇ ਪਦ ਪਦਮਾ, ਉਹਨਾਂ ਦੇ ਚਰਨ ਕਮਲਾਂ ਨੂੰ ਸੇਵ ਕੇ ਮੇਰੀ ਜ਼ਿੰਦਗੀ ਸਫਲ ਹੋ ਜਾਣੀ ਸੀ, ਮੇਰਾ ਜੀਵਨ ਸਫਲ ਹੋ ਜਾਣਾ ਹੈ। ਕੋਸ਼ਿਸ਼ ਸੁੰਦਰ ਦਿਓ ਬਨਵਾਈ, ਤੋ ਪਟਵਾਰੀ ਜੀ ਏਦਾਂ ਕਰਿਓ, ਮੈਂ ਉਹਨਾਂ ਨੂੰ ਸੋਹਣੀਆਂ ਜੀਆਂ ਪੁਸ਼ਾਕਾਂ ਬਣਾ ਕੇ ਦੇਣੀਆਂ, ਮੇਰੇ ਵੱਲੋਂ ਭੇਟ ਕਰਨੀਆਂ ਉਹਨਾਂ ਨੂੰ। ਉਹਨਾਂ ਦੇ ਕੱਪੜਿਆਂ ਦਾ, ਵਸਤਰਾਂ ਦਾ ਜੁੰਮਾ ਮੇਰਾ ਹੈ, ਉਹਨਾਂ ਨੂੰ ਵਸਤਰ ਮੈਂ ਭੇਟ ਕਰਨੇ ਹਨ। ਲੈ ਜਾਵੋ ਕਾਲੂ ਪਹਿਰਾਈ, ਮੇਰੇ ਘਰੋਂ ਲੈ ਕੇ ਜਾਇਆ ਕਰ, ਕੋਈ ਵਧੀਆ ਵਧੀਆ ਵਸਤਰ ਪਵਾਉਣੇ ਆ, ਉਹ ਮਾਲਕ ਨੇ ਤ੍ਰਿਲੋਕੀਨਾਥ। ਵਧੀਆ ਵਧੀਆ ਪੁਸ਼ਾਕਾਂ ਤੂੰ ਮੇਰੇ ਘਰੋਂ ਲੈ ਕੇ ਜਾਇਆ ਕਰ। ਜੋ ਆਵੇ ਤਿਨ ਕਾਜ ਪਦਾਰਥ, ਜਿਹੜਾ ਪਦਾਰਥ ਉਹਨਾਂ ਦੇ ਕੰਮ ਆਉਂਦਾ ਹੈ, ਜਿਹੜੀ ਵਸਤੂ ਉਹਨਾਂ ਦੇ ਕੰਮ ਆਉਂਦੀ ਹੈ, ਸੋ ਮੈਂ ਗਨ ਹੋ ਭਇਓ ਸਕਾਰਥ। ਜਿਹੜੀ ਵਸਤੂ ਇਸ ਨਗਰ ਦੇ ਵਿੱਚ ਉਹ ਵਰਤਣਗੇ, ਮੈਂ ਸਮਝਾਂਗਾ ਉਹ ਸਫਲ ਹੋ ਗਈ ਹੈ। ਤੇ ਜਿਹੜੀ ਸ਼ੈ, ਜਿਹੜੀ ਵਸਤੂ ਉਹਨਾਂ ਦੀ ਵਰਤੋਂ ਵਿੱਚ ਨਹੀਂ ਆਈ, ਮੈਂ ਜਾਣਾਂਗਾ ਉਸ ਵਸਤੂ ਦੇ ਭਾਗ ਮਾੜੇ ਨੇ। ਮੈਂ ਜਾਣਾਂਗਾ ਉਸ ਵਸਤੂ ਨੂੰ ਸਫਲ ਜਾਣਾਂਗਾ, ਸਕਾਰਥੀ ਜਾਣਾਂਗਾ। ਮੇਰੇ ਘਰ 'ਚ ਜਿਹੜੀ ਵਸਤੂ ਉਹਨਾਂ ਦੇ ਕੰਮ ਆ ਜਾਏ। ਸੁਨ ਬੁਲਾਰ ਕੀ ਅਸ ਬਿਦ ਬਾਨੀ, ਰਾਏ ਬੁਲਾਰ ਦੀ ਇਹ ਬੇਨਤੀ, ਰਾਏ ਬੁਲਾਰ ਦੇ ਪਿਆਰ ਭਰੇ ਬੋਲ ਜਦੋਂ ਪਿਤਾ ਮਹਿਤਾ ਕਾਲੂ ਜੀ ਨੇ ਸੁਣੇ, ਸ਼ਰਦਾ
ਪ੍ਰੇਮ ਵਿਖੇ ਲਪਟਾਨੀ। ਵੇਖਿਆ ਕਿ ਰਾਏ ਬੁਲਾਰ ਦੇ ਕਹੇ ਬੋਲ ਵਾਕ ਸ਼ਰਧਾ ਵਿੱਚ ਪ੍ਰੇਮ ਵਿੱਚ ਲੰਪਟ ਹਨ। ਬੋਲਿਓ ਹਾਥ ਜੋਰ ਤਬ ਕਾਲੂ। ਪਿਤਾ ਜੀ ਹੱਥ ਜੋੜ ਕੇ ਬੋਲੇ, ਰਾਏ ਬੁਲਾਰ ਨੂੰ ਕਹਿਣ ਲੱਗੇ, ਜਾਂ ਕੋ ਮਾਇਆ ਮੋਹ ਬੇਸਾਲੂ। ਪਿਤਾ ਜੀ ਨੂੰ ਤਾਂ ਮਾਇਆ ਦਾ ਮੋਹ ਸੀ, ਮਾਇਆ ਦੀ ਮਮਤਾ ਸੀ। ਜੇ 2 ਦਿਨ ਪਹਿਲਾਂ ਹੀ ਖੇਤ ਉਜਾੜੇ ਨੇ ਗੁਰੂ ਨਾਨਕ ਸਾਹਿਬ ਨੇ। ਪਿਤਾ ਜੀ ਦੇ ਮਨ 'ਚ ਤਾਂ ਹਾਲੇ ਉਹੀ ਰੋਸ ਨਹੀਂ ਸੀ ਗਿਆ, ਮਾਇਆ ਦੀ ਮਮਤਾ ਸੀ ਮਨ ਵਿੱਚ, ਸੰਸਾਰੀ ਖੇਡ ਬਣੀ ਹੋਈ ਹੈ। ਤੁਝ ਕਰੁਣਾ ਕਰ ਮੁਝ ਘਰ ਸਰਬਾ। ਪਿਤਾ ਜੀ ਬੋਲੇ, ਰਾਏ ਜੀ ਮੇਰੇ ਘਰ ਵਿੱਚ ਜੋ ਕੁਝ ਹੈ ਉਹ ਵੀ ਤਾਂ ਪਹਿਲਾਂ ਤੁਹਾਡਾ ਹੀ ਦਿੱਤਾ ਹੋਇਆ ਜੀ, ਕੋਈ ਕਮੀ ਤਾਂ ਨਹੀਂ ਹੈ ਮੇਰੇ ਪਾਸ। ਤੁਹਾਡਾ ਦਿੱਤਾ, ਤੁਹਾਡੀ ਕਰੁਣਾ ਨਾਲ ਮੇਰੇ ਘਰ ਵਿੱਚ ਸਭ ਕੁਝ ਹੈ। ਅਹੇ ਪਦਾਰਥ ਦੀਏ ਬਹੁ ਦਰਬਾ। ਤੁਸੀਂ ਬਹੁਤ ਪਦਾਰਥ ਮੈਨੂੰ ਦਿੱਤੇ ਆ, ਧਨ ਦਿੱਤਾ ਹੋਇਆ, ਕੋਈ ਕਮੀ ਨਹੀਂ ਘਰ ਵਿੱਚ। ਕਿਸੂ ਵਸਤ ਕੀ ਕਮੀ ਨਾ ਮੇਰੇ ਘਰ ਵਿੱਚ ਕਿਸੇ ਵਸਤੂ ਦੀ ਕੋਈ ਕਮੀ ਨਹੀਂ। ਅਧਿਕ ਧਾਮ ਤਨ ਮਾਲ ਕਨੇਰੇ। ਮੇਰੇ ਘਰ ਵਿੱਚ ਸਭ ਕੁਝ ਹੈ, ਧਨ ਸੰਪਦਾ ਵਿਭੂਤੀ ਹੈ। ਤਦਪ ਵਦਤ ਮੁਝ ਨਿਤ ਚਿਤ ਚਿੰਤਾ। ਜੇ ਨਾ ਹੁੰਦਾ ਤੇ ਮੈਂ ਕਹਿ ਦਿੰਦਾ ਵੀ ਹਾਂ ਰਾਏ ਜੀ ਮੈਨੂੰ ਆ ਕੁਝ ਦੇ ਦਿਓ, ਮੈਂ ਆਪਣੇ ਪੁੱਤਰ ਲਈ ਤੁਹਾਡੇ ਕੋਲੋਂ ਲੈ ਲੈਂਦਾ। ਮੇਰੇ ਘਰ ਵਿੱਚ ਸਭ ਕੁਝ ਹੈ, ਧਨ ਸੰਪਦਾ ਵਿਭੂਤੀ, ਕਿਸੇ ਵਸਤੂ ਦੀ ਕਮੀ ਨਹੀਂ। ਪਰ ਰਾਏ ਜੀ ਮੇਰੇ ਚਿੱਤ ਨੂੰ ਇੱਕ ਚਿੰਤਾ ਖਾਈ ਜਾਂਦੀ ਹੈ ਰਾਤ ਦਿਨ। ਮੇਰੇ ਚਿੱਤ ਨੂੰ ਇੱਕ ਚਿੰਤਾ ਰਾਤ ਦਿਨ ਖਾ ਰਹੀ ਹੈ। ਨਿਸ ਦਿਨ ਬੀਤੇ ਗਟੀ ਗੁਨੰਤਾ। ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣਦਿਆਂ ਚਿੰਤਾ ਦੇ ਵਿੱਚ ਮੇਰੀਆਂ ਰਾਤਾਂ, ਮੇਰੇ ਦਿਨ ਬੀਤਦੇ ਨੇ। ਤੁਮ ਨਾਨਕ ਕੀ ਕਰਤ ਵਡਾਈ। ਤੁਸੀਂ ਤਾਂ ਮੇਰੇ ਪੁੱਤਰ ਨਾਨਕ ਦੀਆਂ ਵਡਿਆਈਆਂ ਕਰਦੇ ਨਹੀਂ ਥੱਕਦੇ, ਤੁਸੀਂ ਨਾਨਕ ਦੀਆਂ ਵਡਿਆਈਆਂ ਕਰਦੇ ਹੋ। ਮੈਂ ਨਾ ਲਖੀ ਤੈ ਮਤ ਕਹਿ ਥਾਈ। ਪਰ ਮੈਨੂੰ ਤਾਂ ਕੋਈ ਉਹਨਾਂ 'ਚ ਵਡਿਆਈ ਵਾਲੀ ਗੱਲ ਨਜ਼ਰ ਨਹੀਂ ਆਉਂਦੀ। ਰਾਤ ਦਿਨ ਮੇਰੇ ਕੋਲ ਹੀ ਰਹਿੰਦਾ, ਖਬਰੇ ਤੁਸੀਂ ਕੀ ਵੇਖਿਆ ਤੇ ਉਹਦੀ ਵਡਿਆਈ ਕਰਦੇ ਹੋ। ਮੇਰੇ ਕੋਲ ਰਹਿੰਦਾ ਰਾਤ ਦਿਨ, ਮੈਨੂੰ ਤਾਂ ਉਹਦੇ ਵਿੱਚ ਕੋਈ ਵਡਿਆਈ ਵਾਲੀ ਗੱਲ ਨਜ਼ਰ ਨਹੀਂ ਆਉਂਦੀ। ਜੈ ਕ੍ਰਿਤ ਕੇ ਤਤ ਪਰ ਥਿਰ ਕੀਨਾ। ਮੈਂ ਹੁਣ ਤਾਈਂ ਜਿਹੜੇ ਜਿਹੜੇ ਕੰਮ ਦੇ ਵਿੱਚ ਉਹਨੂੰ ਭੇਜਿਆ, ਜਿਸ ਜਿਸ ਕੰਮ ਲਈ ਉਹਨੂੰ ਥਿਰ ਕੀਤਾ, ਕੋ ਨਾ ਸਵਾਰੀ ਕੀਨੀ ਹੀਨਾ। ਇਹਨੇ ਉਹ ਸਾਰੇ ਕੰਮ ਵਿਗਾੜੇ ਹੀ ਨੇ, ਕੁਝ ਸਵਾਰਿਆ ਨਹੀਂ ਹੈ। ਰਾਏ ਜੀ ਜਿਹੜੇ ਜਿਹੜੇ ਕੰਮ ਦੇ ਵਿੱਚ ਵੀ ਮੈਂ ਸਥਿਰ ਕੀਤਾ, ਇਹਨੇ ਉਹ ਸਾਰੇ ਕੰਮ ਵਿਗਾੜੇ ਨੇ, ਅੱਜ ਤਾਈਂ ਕੋਈ ਕੰਮ ਨਹੀਂ ਸਵਾਰਿਆ। ਪੂਰਬ ਬਹੁ ਕਰ ਵਸਤ ਗਵਾਈ। ਪਹਿਲਾਂ ਛੋਟਾ ਹੁੰਦਾ ਸੀ ਤੇ ਘਰ ਦੀਆਂ ਬਹੁਤ ਸਾਰੀਆਂ ਵਸਤੂਆਂ ਇਹਨੇ ਬਾਹਰ ਗਵਾ ਦਿੱਤੀਆਂ, ਮੁੜ ਕੇ ਘਰ ਨਹੀਂ ਆਈਆਂ। ਅਬ ਕਿਦਾਰ ਪਸੂ ਦੀਨ ਚਰਾਈ। ਕੀ ਦੱਸਾਂ, 2 ਦਿਨ ਪਹਿਲਾਂ ਦੀ ਗੱਲ ਹੈ ਰਾਏ ਜੀ। ਬੀਜ ਦਿੱਤਾ ਸੀ, ਬੀਜਿਆ, ਫਸਲ ਵਾਹਵਾ ਹੋ ਗਈ, ਇਹਨੇ ਉਹ ਸਾਰੀ ਜਾਨਵਰਾਂ ਨੂੰ ਚਰਾ ਕੇ ਉਜਾੜ ਕੇ ਰੱਖ ਦਿੱਤੀ ਹੈ, ਉਹ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ। ਜਨਮੇ ਤੇ ਜਬ ਸੁਰਤ ਸੰਭਾਰੀ। ਜਦੋਂ ਦੇ ਜਨਮ ਤੋਂ ਬਾਅਦ ਇਹਨੇ ਹੋਸ਼ ਸੰਭਾਲੀ ਹੈ, ਸੁਰਤ ਸੰਭਾਲੀ ਹੈ। ਤਨਕ ਨਾ ਤਨ ਕੀ ਕ੍ਰਿਤ ਸਵਾਰੀ। ਇਹਨੇ ਥੋੜੀ ਜਿੰਨੀ ਵੀ ਕਮਾਈ ਵਾਲੀ ਤਾਂ ਗੱਲ ਹੀ ਨਹੀਂ ਕੀਤੀ ਨਾ, ਗਵਾਇਆ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੇ ਧਨ ਖੱਟਣ ਵਾਲਾ ਕੰਮ ਤਾਂ ਕੋਈ ਕੀਤਾ ਹੀ ਨਹੀਂ ਨਾ, ਥੋੜੇ ਜਿੰਨਾ ਵੀ ਗਵਾਇਆ ਹੀ ਹੈ ਜਦੋਂ ਦੀ ਇਹਨੇ ਸੁਰਤ ਸੰਭਾਲੀ ਹੈ। ਮਨ ਉਨਮਤ ਨਾ ਕਰਤ ਸਨੇਹੂ। ਮਨ 'ਚ ਉਨਮਤ ਜਿਹਾ ਰਹਿੰਦਾ, ਮਸਤ ਜਿਹਾ ਰਹਿੰਦਾ, ਕੋਈ ਕਿਸੇ ਨਾਲ ਇਹਦਾ ਮੋਹ ਨਹੀਂ, ਕਿਸੇ ਨਾਲ ਇਹਦਾ ਸਨੇਹ ਨਹੀਂ, ਮਸਤ ਜੀ ਅਵਸਥਾ ਦੇ ਵਿੱਚ ਮਨ 'ਚ ਰਹਿੰਦਾ। ਵਹਿਰ ਨਗਰ ਬੈਸੇ ਤਜ ਗੇਹੂ। ਘਰ ਛੱਡ ਕੇ ਤੇ ਬਾਹਰ ਜਾ ਕੇ ਨਗਰ ਤੋਂ ਦਰਖਤਾਂ ਦੀ ਛਾਂ ਥੱਲੇ ਪਿਆ ਰਹਿੰਦਾ ਜਾਂ ਬੈਠਾ ਰਹਿੰਦਾ। ਕਹੇ ਬੁਲਾਰ ਤੁਵ ਮਤ ਅਨਜਾਨੀ। ਜਦੋਂ ਪਿਤਾ ਜੀ ਨੇ ਬੋਲ ਬੋਲੇ ਤੇ ਅੱਗੋਂ ਰਾਏ ਬੁਲਾਰ ਜੀ ਬੋਲੇ, ਨਾ ਪਟਵਾਰੀ ਏਦਾਂ ਨਾ ਆਖ ਮੇਰੇ ਮਾਲਕ ਨੂੰ, ਏਦਾਂ ਦੇ ਬੋਲ ਨਾ ਬੋਲ ਮੇਰੇ ਸਾਹਿਬ ਨੂੰ, ਤੂੰ ਅਣਜਾਣ ਹੈ। ਤੈਂ ਕੀ ਰੀਤ ਨ ਸਕਤ ਪਛਾਨੀ। ਤੂੰ ਉਹਨਾਂ ਦੀ ਰੀਤ ਨੂੰ, ਤੂੰ ਉਹਨਾਂ ਦੀ ਮਰਜ਼ਾਦਾ ਨੂੰ ਨਹੀਂ ਪਛਾਣ ਸਕਦਾ। ਧਨ ਤ੍ਰਿਸ਼ਨਾ ਮੈਂ ਮਤ ਲਪਟਾਨੀ। ਤੇਰੀ ਮਤ ਤਾਂ ਧਨ ਦੀ ਤ੍ਰਿਸ਼ਨਾ ਦੇ ਵਿੱਚ ਲੰਪਟ ਹੋ ਰਹੀ ਹੈ। ਗੁਣਨ ਗੂੜ ਕਿਉਂ ਸਕੇ ਪਛਾਨੀ। ਤੂੰ ਉਹਨਾਂ ਦੇ ਗੂੜ ਗੁਣਾਂ ਨੂੰ ਕਿਵੇਂ ਪਛਾਣੇਗਾ ਕਾਲੂ।
ਤੂੰ ਮਾਇਆ ਦੀ ਗੱਲ ਕਰਦਾ ਹੈਂ? ਇਹ ਪੂਰੇ ਵਿਸ਼ਵ ਭਰ ਦੇ ਵਿੱਚ ਜਿਤਨੀ ਮਾਇਆ ਹੈ ਉਹ ਸਾਰੀ ਲక్ష్ਮੀ, ਸਾਰੀ ਮਾਇਆ ਉਹਨਾਂ ਦੇ ਚਰਨਾਂ ਦੀ ਦਾਸੀ ਹੈ। ਕਹਿਨ ਸੁਨਨ ਕਰ ਅਸ ਬਿਦ ਕਾਲੂ। ਪਿਤਾ ਜੀ ਸੁਣਤਾ ਰਹੇ ਨੇ ਰਾਏ ਜੀ ਦੇ ਕੋਲੋਂ, ਪਰ ਮਨ 'ਚ ਵਿਸ਼ਵਾਸ ਕੋਈ ਨਹੀਂ। ਕਹਦੇ ਉਦਾਂ ਹੀ ਕਹੀ ਜਾਂਦੇ ਐ, ਪਰ ਰਾਏ ਬੁਲਾਰ ਦੇ ਸਾਹਮਣੇ ਬੋਲਦੇ ਕਿਵੇਂ ਨੌਕਰੀ ਜੋ ਕਰਦੇ ਸਨ ਉੱਥੇ, ਇਸ ਕਰਕੇ ਚੁੱਪ ਰਹੇ। ਚੱਲ ਆਲਿਆ ਆਇਓ ਤਤਕਾਲੂ। ਪਿਤਾ ਜੀ ਮਿਲ ਕੇ ਰਾਏ ਬੁਲਾਰ ਨੂੰ ਵਾਪਸ ਆਪਣੇ ਘਰ ਆ ਗਏ। ਕਰਨ ਲਗਿਓ ਕਾਰਜ ਨਿਜ ਜੋ। ਜਿਹੜਾ ਉਹਨਾਂ ਦੇ ਆਪਣਾ ਨਿੱਜੀ ਕੰਮ ਸੀ ਉਹ ਕੰਮ ਪਿਤਾ ਜੀ ਕਰਨ ਲੱਗੇ। ਸੁਤ ਗੁਣ ਪਰਖਨ ਕਰਤ ਨ ਕੋ। ਸਤਿਗੁਰੂ ਜੀ ਦੇ ਕਿਸੇ ਗੁਣ ਨੂੰ ਵੀ ਪਿਤਾ ਜੀ ਨਹੀਂ ਪਰਖਦੇ, ਕਿਉਂਕਿ ਵਾਹਿਗੁਰੂ ਜੀ ਨੇ ਵਾਰੀ ਇਹ ਦਿੱਤਾ ਸੀ, ਦੁਨੀਆ ਸਾਰੀ ਪਛਾਣੇਗੀ ਅਸੀਂ ਕਰਤਾ ਪੁਰਖ ਹਾਂ, ਤੁਸੀਂ ਸਾਨੂੰ ਪੁੱਤਰ ਰੂਪ ਕਰਕੇ ਹੀ ਵੇਖੋਗੇ। ਵਾਰੀ ਇਹ ਮਿਲਿਆ ਸੀ ਪਿਤਾ ਜੀ ਨੂੰ। ਹਾਂਜੀ। ਦੋਹਰਾ ਸ਼੍ਰੀ ਸਤਿਗੁਰ ਕਰਤਾ ਪੁਰਖ ਅਸ ਬਿਦ ਕਰਤ ਬਿਲਾਸ। ਸ਼੍ਰੀ ਸਤਿਗੁਰੂ ਜੀ ਜੋ ਕਰਤਾ ਪੁਰਖ ਨੇ, ਸਾਰੇ ਸੰਸਾਰ ਦੇ ਸੁਆਮੀ ਨੇ, ਸਾਰੇ ਜਗਤ ਦੇ ਮਾਲਕ ਹਨ, ਇਸ ਤਰ੍ਹਾਂ ਦੇ ਕੌਤਕ ਧੰਨ ਗੁਰੂ ਨਾਨਕ ਸਾਹਿਬ ਕਰ ਰਹੇ ਨੇ। ਭਜ ਸੰਤੋਖ ਸਿੰਘ ਨਾਮ ਤੈ ਤਜੋ ਆਨ ਕੀ ਆਸ। ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਹੈ ਮੇਰਿਆ ਮਨਾ, ਐਸੇ ਚੋਜ ਕਰਨ ਵਾਲੇ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਭਜਨ ਕਰ ਤੇ ਛੱਡ ਸਾਰੀਆਂ ਦੂਜਿਆਂ ਦੀਆਂ ਆਸਾਂ ਨੂੰ। ਤਜੋ ਆਨ ਕੀ ਆਸ, ਦੂਜੇ ਦੀ ਆਸ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਭਜਨ ਕਰ ਮੇਰਿਆ ਮਨਾ। ਉਹਨਾਂ ਤੋਂ ਬਿਨਾਂ ਹੋਰ ਕਿਸੇ ਦੀ ਆਸ ਆਪਣੇ ਮਨ ਵਿੱਚ ਨਾ ਰੱਖ। ਦੋਹਰਾ ਬੰਦੋਂ ਪਦ ਸ਼੍ਰੀ ਸਾਰਦਾ ਉਤਪਲ ਦਲ ਦੁਤੇ ਨੈਣ। ਅੰਮ੍ਰਿਤ ਬਾਣੀ ਨੂੰ ਮੇਰੀ ਵੰਦਨਾ ਹੈ, ਨਮਸਕਾਰ ਹੈ, ਜੋ ਕਮਲ ਜੈਸੀ ਸੁਗੰਧੀ ਨੂੰ ਬਖੇਰਨੇ ਵਾਲੀ ਹੈ। ਉਰਦਾ ਸਰਤਾ ਸੁਮਤ ਕੀ ਬੀਚੀ ਜੈ ਬਰ ਬੈਨ। ਇਹ ਪਾਵਨ ਬਾਣੀ ਸੁਮਤ ਦੀ ਨਦੀ ਵਹਾਉਣ ਵਾਲੀ ਹੈ ਗੁਰਸਿੱਖਾਂ ਦੇ ਹਿਰਦਿਆਂ ਵਿੱਚ, ਆਪਣਿਆਂ ਸੇਵਕਾਂ ਦੇ ਹਿਰਦਿਆਂ ਵਿੱਚ। ਇਹ ਸੁਮਤ ਦੀ ਸਰਤਾ ਕਹਿੰਦੇ ਆ ਨਦੀ ਨੂੰ, ਨਦੀ ਦਾ ਵਹਿਣ ਬਹਾਉਣ ਵਾਲੀ ਹੈ। ਇਹ ਸ੍ਰੇਸ਼ਟ ਬੈਨ ਨੇ, ਸ੍ਰੇਸ਼ਟ ਬਚਨ ਹਨ। ਸ਼੍ਰੀ ਬਾਲਾ ਸੰਧੂ ਆਚੇ। ਭਾਈ ਬਾਲਾ ਜੀ ਕਥਾ ਸੁਣਾਉਂਦੇ ਹਨ। ਜੋ ਪਈ ਪਾਵਸ ਕਰਤ ਬਿਲਾਸ ਬਿਤਾਈ। ਏਦਾਂ ਮੀਂਹ ਦੀ ਰੁੱਤ ਬੀਤ ਗਈ, ਸਾਵਣ ਭਾਦਰੋਂ ਅੱਸੂ ਦਾ ਮਹੀਨਾ ਬੀਤ ਗਿਆ। ਬਹੁਰ ਨਵੀਨ ਅਪਰ ਰਿਤੂ ਆਈ। ਨਵੀਂ ਰਿਤੂ ਆ ਗਈ ਹੋਰ ਅੱਗੇ। ਸੁੰਦਰ ਸ਼ਰਦ ਸਾਰਦਾ ਮਾਨੋ। ਕਿਹੜੀ ਰੁੱਤ ਆਈ ਹੈ? ਸਰਦ ਰੁੱਤ ਆਈ ਹੈ। ਸਰਦ ਰਿਤੂ ਦੀ ਆਰੰਭਤਾ ਹੋ ਗਈ ਹੈ। ਬਦਨ ਚੰਦਰਮਾ ਬਿਮਲ ਪਛਾਨੋ। ਕਹਿੰਦੇ ਸਾਰਦਾ ਦੇ ਸਮਾਨ ਸਰਦ ਰੁੱਤ ਹੈ, ਬਿਮਲ ਰੂਪ ਵਾਲੀ, ਸੁੰਦਰ ਚਿਹਰੇ ਵਾਲੀ। ਅੰਬਰ ਬਰ ਨੀਲਾਂਬਰ ਲੀਨਾ। ਆਕਾਸ਼ ਵਿੱਚ ਨੀਲੇ ਰੰਗ ਦਾ ਆਕਾਸ਼ ਮਾਨੋ ਏਦਾਂ ਜਾਪਦਾ ਵੀ ਇਸ ਰੁੱਤ ਨੇ ਆਪਣੇ ਸਰੀਰ ਤੇ ਨੀਲੇ ਰੰਗ ਦੇ ਵਸਤਰ ਲਏ ਹੋਏ ਨੇ। ਜਾਂ ਕੇ ਸ਼ੁਭਦ ਪਿਓ ਧਰ ਪੀਨਾ। ਆਕਾਸ਼ ਵਿੱਚ ਛਾਏ ਹੋਏ ਬੱਦਲ ਪਿਓਦਰ ਰੂਪ ਨਜ਼ਰ ਆਉਂਦੇ ਹਨ। ਉਡਗਨ ਪੂਖਨ ਜਰੇ ਜਰਾਉ। ਆਕਾਸ਼ ਵਿੱਚ ਚਮਕਦੇ ਹੋਏ ਤਾਰੇ ਆਭੂਸ਼ਣ ਨਜ਼ਰ ਆਉਂਦੇ ਨੇ ਇਸ ਸਰਦ ਰੁੱਤ ਦੇ। ਲਲਿਤ ਮਰਾਲੰ ਪਾਵਨ ਪਾਉ। ਔਰ ਕਹਿੰਦੇ ਜਿਹੜੇ ਮਰਾਲ ਹੰਸ ਉੱਡਦੇ ਨੇ ਉਹ ਮਾਨੋ ਇਸ ਸਰਦ ਰੁੱਤ ਦੇ ਚਰਨ ਹਨ। ਮ੍ਰਿਦੁਲ ਕਮਲ ਕਰਜੈ ਦੁਤੀ ਪੂਰੀ। ਔਰ ਕਹਿੰਦੇ ਮਿਰਦੁਲ ਕਮਲ ਜੈਸੇ ਕਾਰਾਂ ਦੇ ਵਿੱਚ ਦੁਤੀ ਪਾ ਰਹੇ ਨੇ, ਸ਼ੋਭਾ ਪਾ ਰਹੇ ਨੇ। ਉਜਲ ਦੇ ਚੰਦਰ ਕਾਰੂਰੀ। ਆਕਾਸ਼ ਵਿੱਚ ਚਮਕਦਾ ਚੰਦਰਮਾ ਮਾਨੋ ਇਹ ਉਜਵਲ ਦੇਹ ਹੈ ਇਸ ਸਰਦ ਰੁੱਤ ਦੀ। ਕਮਤੀ ਕਰਤ ਤਪਤ ਸੀ ਕੁਮਤੀ। ਤੇ ਕਹਿੰਦੇ ਜਿਵੇਂ ਚੰਦਰਮਾ ਦੀ ਚਾਨਣੀ ਤਪਸ਼ ਨੂੰ ਦੂਰ ਕਰਦੀ ਹੈ, ਇਸੇ ਤਰ੍ਹਾਂ ਮਾਨੋ ਜਿਵੇਂ ਸਰਦ ਰੁੱਤ ਚੜੀ ਹੈ ਨਾ, ਇਹਦੇ ਮੁਤਾਬਕ ਜਿਹੜੀ ਸਤਿਗੁਰਾਂ ਦੇ ਸ਼ਬਦ ਦੀ ਕਲਾ ਵਰਤਦੀ ਹੈ ਸਿੱਖ ਦੇ ਹਿਰਦੇ ਵਿੱਚ, ਉਹ ਖੋਟੀ ਮੱਤ ਦਾ ਨਾਸ ਕਰਦੀ ਹੈ। ਸਦਾ
ਬਧਾਵਤ ਸੀਤਲ ਸੁਮਤੀ। ਔਰ ਸ੍ਰੇਸ਼ਟ ਮਤ ਜੋ ਸ਼ੀਤਲ ਮਤ ਹੈ ਉਸ ਨੂੰ ਵਧਾਉਂਦੀ ਹੈ। ਘਰ ਘਰ ਪਿੱਤਰ ਪਰਾਹੁਣੇ ਆਏ। ਕਹਿੰਦੇ ਘਰ ਘਰ ਦੇ ਵਿੱਚ ਪ੍ਰਾਹੁਣੇ ਆਉਣੇ ਸ਼ੁਰੂ ਹੋ ਗਏ, ਕਿਉਂਕਿ ਪਾਵਸ ਰੁੱਤ ਵਿੱਚ ਸਾਰੇ ਮੁਸਾਫਰ ਘਰਾਂ 'ਚ ਟਿਕ ਜਾਂਦੇ ਆ। ਪਾਵਸ ਰੁੱਤ ਤੋਂ ਬਾਅਦ ਸਰਦ ਰੁੱਤ ਆਉਂਦੀ ਤੇ ਸਫ਼ਰ ਕਰਨ ਵਾਲੇ ਚੱਲ ਪੈਂਦੇ ਆ। ਫਿਰ ਕਹਿੰਦੇ ਘਰਾਂ ਵਿੱਚ ਪ੍ਰਾਹੁਣੇ ਆਉਣ ਲੱਗੇ। ਪੰਥੀ ਪੁਰ ਨਿਜ ਪੰਥ ਸਿਧਾਏ। ਜਿਹੜੇ ਮੁਸਾਫਰ ਰਾਹਾਂ ਵਿੱਚ ਟਿਕੇ ਹੋਏ ਸਨ ਉਹ ਚੱਲ ਪਏ। ਪਏ ਸੇਤ ਜਲ ਮੁਗ ਜਲ ਹੀਨਾ। ਔਰ ਰਸਤੇ ਦੇ ਵਿੱਚ ਜਿਹੜਾ ਪਾਣੀ ਭਰਿਆ ਹੋਇਆ ਸੀ ਉਹ ਪਾਣੀ ਸੁੱਕ ਗਿਆ, ਰਾਹ ਸਾਫ਼ ਹੋ ਗਏ। ਜਿਉ ਤਨ ਬੀਤੀ ਬੈਸ ਬਲ ਛੀਨਾ। ਕਹਿੰਦੇ ਜਿਵੇਂ ਉਮਰ ਬੀਤਣ ਤੋਂ ਬਾਅਦ ਸਰੀਰ ਦਾ ਬਲ ਨਹੀਂ ਘਟ ਜਾਂਦਾ, ਏਦਾਂ ਕਹਿੰਦੇ ਪਾਣੀ ਖਤਮ ਹੋ ਗਿਆ ਰਸਤਿਆਂ ਦੇ ਵਿੱਚ। ਨਾਸੇ ਅਲਪ ਜੰਤ ਜੇ ਰਾਸੀ। ਜਿਹੜੇ ਛੋਟੇ ਛੋਟੇ ਜਲ ਜੰਤੂ ਹੁੰਦੇ ਆ ਪਾਣੀ ਦੇ ਵਿੱਚ, ਸਰਦ ਰੁੱਤ ਦੇ ਆਉਂਦਿਆਂ ਉਹ ਜਲ ਜੰਤੂ ਮਰ ਗਏ। ਜਨ ਗਿਆਨੀ ਬਾਸ਼ਨਾ ਬਿਨਾਸ਼ੀ। ਕਿੱਦਾਂ ਨਾਸ ਹੋਏ ਨੇ, ਜਿਵੇਂ ਬ੍ਰਹਮ ਗਿਆਨੀਆਂ ਦੇ ਹਿਰਦਿਆਂ ਚੋਂ ਵਾਸ਼ਨਾ ਦਾ ਵਿਨਾਸ਼ ਹੋ ਜਾਂਦਾ ਹੈ। ਦੋਹਰਾ ਸੁੰਦਰ ਸੁਖ ਮੰਦਰ ਪ੍ਰਭੂ ਆਨੰਦ ਸਦਾ ਮੁਕੰਦ। ਸੁੱਖਾਂ ਦੇ ਮਾਲਕ, ਸੁੱਖਾਂ ਦੇ ਘਰ, ਆਨੰਦ ਦੇ ਮੂਲ, ਜਗਤ ਦਾ ਕਾਰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੋ ਮੁਕਤੀ ਦੇ ਦਾਤੇ ਹਨ। ਅੰਤਰ ਮੁਖ ਬ੍ਰਿਤੀ ਸਰਦ ਮੈਂ ਕੀਨੀ ਬਹੁ ਜਗ ਬੰਦ। ਜੋ ਸਾਰੇ ਜਗਤ ਦੇ ਬੰਦਣੇ ਯੋਗ ਸਤਿਗੁਰੂ ਜੀ ਨੇ, ਮਹਾਰਾਜ ਜੀ ਨੇ ਆਪਣੀ ਬਿਰਤੀ ਨੂੰ ਅੰਤਰਮੁਖੀ ਕਰ ਲਿਆ ਹੈ। ਅੰਤਰਮੁਖੀ ਆਪਣੀ ਬਿਰਤੀ ਕਰਕੇ ਰੱਖਦੇ ਹਨ, ਬਾਹਰਮੁਖੀ ਬਿਰਤੀ ਨਹੀਂ ਰਹੀ। ਚੌਪਈ ਤੈ ਪਾਛੇ ਬੇਦੀ ਕੁਲ ਕੇਤਾ। ਬੇਦੀਆਂ ਦੀ ਕੁਲ ਦੇ ਕੇਤੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ। ਪੋਡੇ ਰਹੇ ਇਕਾਂਤ ਨਕੇਤਾ। ਘਰ ਦੇ ਵਿੱਚ ਵੀ ਮਹਾਰਾਜ ਜੀ ਪਲੰਗੇ ਤੇ ਲੇਟੇ ਰਹਿੰਦੇ, ਸਰੀਰ ਤੇ ਚਾਦਰਾ ਲੈ ਲੈਂਦੇ ਹਨ। ਸੰਤ ਸੁਮਤ ਜੈ ਸੁਨਹਿ ਬਿਲੋਕੇ। ਖਾਲਸਾ ਜੀ, ਉਹਨਾਂ ਵੇਲਿਆਂ ਦੇ ਵਿੱਚ ਜਿਹੜੇ ਮਹਾਪੁਰਸ਼ ਮਹਾਤਮਾ ਸੰਤ ਸਾਧੂ ਹੁੰਦੇ ਸਨ ਉਹ ਆਪਣੇ ਡੇਰੇ ਨਹੀਂ ਸੀ ਪਾਉਂਦੇ ਹੁੰਦੇ। ਉਹਨਾਂ ਦੀਆਂ ਰਮਤਾਂ ਚੱਲੀਆਂ ਕਰਦੇ ਸਨ। ਪਿੰਡਾਂ ਪਿੰਡਾਂ ਦੇ ਵਿੱਚ ਮਹਾਪੁਰਸ਼ ਮਹਾਤਮਾ ਟੁਰ ਕੇ ਪ੍ਰਚਾਰ ਕਰਦੇ ਸਨ। ਤੋ ਕਈ ਵਾਰੀ ਮਹਾਪੁਰਸ਼ਾਂ ਮਹਾਤਮਾਵਾਂ ਨੇ ਨਨਕਾਣਾ ਸਾਹਿਬ ਵੀ ਆ ਜਾਣਾ। ਕਈ ਸਾਧੂ ਕਿਸੇ ਮਹਾਤਮਾ ਨੇ ਟੁਰਦਿਆਂ ਫਿਰਦਿਆਂ ਲੰਘਦਿਆਂ ਲਗਾਉਂਦਿਆਂ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਆਉਣਾ। ਤੈਂ ਜਾਵੇਂ ਕਬ ਕਬ ਤਜ ਓਕੇ। ਸਤਿਗੁਰੂ ਜੀ ਨੂੰ ਪਤਾ ਲੱਗਣਾ ਕਿ ਕੋਈ ਬਾਹਰ ਸਾਧੂ ਆਇਆ ਹੈ ਤਾਂ ਮਹਾਰਾਜ ਜੀ ਘਰੋਂ ਉੱਠ ਕੇ ਬਾਹਰ ਜਾਂਦੇ, ਉਹਨਾਂ ਮਹਾਂਪੁਰਸ਼ਾਂ ਸਾਧੂਆਂ ਦੇ ਕੋਲ ਜਾ ਕੇ ਬਹਿੰਦੇ ਆ। ਦੁਨਿਆਵੀ ਬੰਦਿਆਂ ਨਾਲ, ਜਿਹੜੇ ਨਗਰ ਦੇ ਲੋਕ ਨੇ, ਕਿਸੇ ਨਾਲ ਗੱਲ ਨਹੀਂ ਕਰਦੇ। ਕੋਈ ਸਤਪੁਰਸ਼ ਆਉਂਦਾ ਹੈ, ਕੋਈ ਮਹਾਤਮਾ ਆਉਂਦਾ ਹੈ, ਜਿਨ੍ਹਾਂ ਨੂੰ ਤਾਰਨ ਲਈ ਗੁਰੂ ਨਾਨਕ ਸਾਹਿਬ ਆਏ ਨੇ, ਸੰਤ ਉਦਾਹਰਣ ਆਏ ਨੇ ਨਾ, ਉਹ ਸੰਤ ਉਦਾਹਰਣ ਵਾਲੀ ਬਿਰਤੀ ਮਹਾਰਾਜ ਜੀ ਧਾਰਨ ਕਰਕੇ ਕੋਈ ਮਹਾਤਮਾ ਜਿਵੇਂ ਟੁਰਦਾ ਫਿਰਦਾ ਨਗਰ ਚ ਆ ਜਾਏ, ਉਹਦੇ ਕੋਲ ਜਾ ਕੇ ਸਤਿਗੁਰੂ ਜੀ ਬੈਠਦੇ ਹਨ। ਕਰਤ ਸਦਾ ਸੰਤਨ ਕੀ ਸੰਗਤ। ਸਦਾ ਉਹਨਾਂ ਸੰਤਾਂ ਦੀ ਸੰਗਤ ਕਰਦੇ ਨੇ। ਪਿੰਡ ਵਿੱਚ ਰਿਸ਼ਤੇਦਾਰ ਸੰਬੰਧੀ ਰਹਿੰਦੇ ਨੇ, ਕਿਸੇ ਦੀ ਸੰਗਤ ਵਿੱਚ ਨਹੀਂ ਬੈਠਦੇ। ਨੈ ਬੈਠੇ ਅਗਿਆਨਤ ਪੰਗਤ। ਕਹਿੰਦੇ ਜਿਹੜੇ ਹੋਰ ਅਗਿਆਨੀ ਲੋਕ ਨੇ ਉਹਨਾਂ ਦੀ ਪੰਗਤ ਵਿੱਚ ਨਹੀਂ ਬੈਠਦੇ। ਨਿਰੰਕਾਰ ਕੀ ਕੀਰਤ ਗਾਥਾ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਕੀਰਤੀ ਆ, ਅਕਾਲ ਪੁਰਖ ਦੀ ਕੀਰਤੀ ਦੀ ਗਾਥਾ ਹੈ। ਕਹੇ ਸੁਨੇ ਤਿੰਨ ਸੋ ਹਿਤ ਸਾਥਾ। ਸੰਤਾਂ ਨਾਲ ਬਹਿ ਕੇ ਕੀਰਤੀ ਕਰਦੇ ਨੇ ਆਪ ਜਾਂ ਉਹਨਾਂ ਕੋਲੋਂ ਸੁਣਦੇ ਹਨ। ਰੀਤ ਬਿਰਕਤਨ ਕੀ ਚਿਤ ਧਾਰੀ। ਜਿਹੜੀ ਵਿਰਕਤ ਪੁਰਸ਼ਾਂ ਦੀ ਰੀਤ ਹੁੰਦੀ ਹੈ ਨਾ, ਉਸ ਰੀਤ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਧਾਰਨ ਕੀਤਾ ਹੋਇਆ। ਤਜੇ ਜੰਜਾਰ ਜੋ ਹੁਤੇ ਸੰਸਾਰੀ। ਸੰਸਾਰ ਦੇ ਜਿਹੜੇ ਜੰਜਾਲ ਨੇ, ਉਹਨਾਂ ਜੰਜਾਲਾਂ ਦੇ ਤਿਆਗੀ ਹੋ ਕੇ ਪਾਤਸ਼ਾਹ ਜੀ ਘੰਟਿਆਂ ਬੱਧੀ ਮਹਾਂਪੁਰਸ਼ਾਂ ਸਾਧੂਆਂ ਦੀ ਸੰਗਤ 'ਚ ਰਹਿੰਦੇ ਆ, ਜਿਹੜੇ ਆਉਂਦੇ ਆ ਨਗਰ ਵਿੱਚ। ਜਾਂ ਫਿਰ ਜੇ ਨਾ ਆਵੇ ਕੋਈ ਤੇ ਇਕਾਂਤ ਵਿੱਚ ਪਾਤਸ਼ਾਹ ਬੈਠੇ ਆਪਣੇ ਨਿਜ ਆਨੰਦ ਵਿੱਚ ਅੰਤਰਮੁਖੀ ਬਿਰਤੀ ਕਰਕੇ ਘੰਟਿਆਂ ਬੱਧੀ ਸਮਾਂ ਬਤੀਤ ਕਰਦੇ ਹਨ। ਬੈਸ ਗੋਤ ਧਨ
ਜਾਤ ਸਮਾਨਾ। ਖਾਲਸਾ ਜੀ ਜਿਹੜੇ ਸੰਸਾਰ ਦੇ ਮਹਾਰਾਜ ਜੀ ਦੇ ਮਿੱਤਰ ਸੀ ਨਗਰ ਦੇ ਵਿੱਚ, ਜਿਹੜੇ ਉਮਰ ਕਰਕੇ ਮਹਾਰਾਜ ਜੀ ਦੇ ਬਰਾਬਰ ਸਨ ਜਾਂ ਗੋਤ ਦੇ ਸਨ, ਬੇਦੀਆਂ ਦੇ ਪਰਿਵਾਰਾਂ ਚੋਂ, ਧਨ ਕਰਕੇ ਜਾਤੀ ਕਰਕੇ ਸਮਾਨ ਹਨ। ਬਚਨ ਸੁਨਨ ਕੀ ਜਿਨ ਰੁਚੀ ਨਾਨਾ। ਉਹਨਾਂ ਦੇ ਮਨ 'ਚ ਇੱਛਾ ਹੁੰਦੀ ਹੈ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਗੁਰੂ ਨਾਨਕ ਸਾਹਿਬ ਸਾਨੂੰ ਬਚਨ ਸੁਣਾਉਂਦੇ ਸੀ, ਉਹਨਾਂ ਦੇ ਮਨ 'ਚ ਇੱਛਾ ਹੁੰਦੀ ਵੀ ਸਤਿਗੁਰੂ ਜੀ ਸਾਨੂੰ ਬਚਨ ਸੁਣਾਉਣ। ਬੈਸੇ ਪਾਸ ਆਨ ਕਰ ਸੋ। ਉਹ ਜਦੋਂ ਆ ਕੇ ਸਤਿਗੁਰਾਂ ਦੇ ਕੋਲ ਬਹਿੰਦੇ ਆ ਰਿਸ਼ਤੇਦਾਰ ਸੰਬੰਧੀ, ਬਾਲਪਨੇ ਮੈਂ ਖੇਲਤ ਜੋ। ਉਹਨਾਂ ਵਿੱਚੋਂ ਬਹੁਤੇ ਉਹ ਵੀ ਨੇ ਜਿਹੜੇ ਬਚਪਨ 'ਚ ਮਹਾਰਾਜ ਜੀ ਨਾਲ ਖੇਡਦੇ ਸਨ। ਉਦਾਸੀਨ 300 ਤਬ ਐਸੇ। ਉਹ ਜਦੋਂ ਆਉਂਦੇ ਮਹਾਰਾਜ ਜੀ ਦੇ ਕੋਲ ਬਹਿੰਦੇ ਵੀ ਸਤਿਗੁਰਾਂ ਦੇ ਬਚਨ ਸੁਣਾਂਗੇ, ਮਹਾਰਾਜ ਜੀ ਉਹਨਾਂ ਤੋਂ ਬਿਲਕੁਲ ਉਦਾਸੀਨ ਹੋ ਕੇ ਰਹਿੰਦੇ, ਉਪਰਾਮ ਹੋ ਕੇ ਰਹਿੰਦੇ ਹਨ। ਬਿਨਾ ਚਿਨਾਰੀ ਮਿਲ ਹੈ ਜੈਸੇ। ਉਹ ਜਦੋਂ ਆਉਂਦੇ ਨੇ ਮਹਾਰਾਜ ਜੀ ਉਹਨਾਂ ਨੂੰ ਏਦਾਂ ਮਿਲਦੇ ਨੇ ਜਿਵੇਂ ਉਹਨਾਂ ਨਾਲ ਪਛਾਣ ਹੀ ਨਾ ਹੋਵੇ, ਜਿਵੇਂ ਪਹਿਲੀ ਵਾਰ ਵੇਖ ਰਹੇ ਨੇ ਉਹਨਾਂ ਨੂੰ, ਜਿਵੇਂ ਉਹਨਾਂ ਨਾਲ ਕੋਈ ਜਾਣ ਪਹਿਚਾਣ, ਜਿਵੇਂ ਕੋਲੋਂ ਕੋਈ ਬੰਦਾ ਲੰਘ ਜਾਂਦਾ ਨਾ ਤੇ ਉਹਦੇ ਨਾਲ ਜਾਣ ਪਛਾਣ ਨਾ ਹੋਵੇ, ਆਪਾਂ ਨਹੀਂ ਜਾਣਦੇ ਕੌਣ ਲੰਘ ਗਿਆ, ਏਦਾਂ ਸਤਿਗੁਰੂ ਜੀ ਉਹਨਾਂ ਨੂੰ ਜਿਵੇਂ ਪਛਾਣਦੇ ਹੀ ਨਹੀਂ ਹਨ, ਉਹਨਾਂ ਨਾਲ ਕੋਈ ਜਾਣ ਪਹਿਚਾਣ ਹੀ ਨਹੀਂ ਹੈ, ਏਦਾਂ ਵਰਤਦੇ ਹਨ। ਅਸ ਬਿਦ ਦੇਖ ਮਾਤ ਮਨ ਚਿੰਤਾ। ਮਾਤਾ ਜੀ ਦੇ ਵੇਖ ਕੇ ਮਨ 'ਚ ਚਿੰਤਾ ਹੁੰਦੀ ਹੈ ਕਿ ਮੇਰੇ ਪੁੱਤਰ ਨਾਨਕ ਨੂੰ ਖਬਰੇ ਕੀ ਹੋ ਗਿਆ। ਗੱਲ ਹੀ ਨਹੀਂ ਕਰਦੇ, ਕਿਸੇ ਨਾਲ ਬੋਲਦੇ ਹੀ ਨਹੀਂ ਹਨ। ਆਪਣੇ ਜਿਹੜੇ ਹਾਣੀ ਬਾਲਕ ਨੇ, ਜਿਹੜੇ ਇਹਨਾਂ ਨਾਲ ਖੇਡਦੇ ਸਨ, ਉਹਨਾਂ ਨਾਲ ਵੀ ਗੱਲਬਾਤ ਨਹੀਂ ਕਰਦੇ। ਮਾਤਾ ਜੀ ਨੂੰ ਵੇਖ ਕੇ ਚਿੰਤਾ ਹੋਈ। ਗਈ ਨਿਕਟ ਜੈ ਹੁਤੇ ਇਕੰਤਾ। ਮਹਾਰਾਜ ਜੀ ਅੰਦਰ ਪਲੰਗੇ ਤੇ ਬਿਰਾਜੇ ਹੋਏ ਸਨ। ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਕੋਲ ਗਏ। ਦਸ਼ਾ ਦੇਖ ਸੁਤ ਕੀ ਬਿਸਮਾਨੀ। ਆਪਣੇ ਪੁੱਤਰ ਦੀ ਹਾਲਤ ਵੇਖੀ, ਚਿਹਰਾ ਪੀਲਾ ਪਿਆ ਹੋਇਆ, ਭੋਜਨ ਵੀ ਨਹੀਂ ਛਕਦੇ, ਜਲ ਪਾਣੀ ਵੀ ਨਹੀਂ ਛਕਦੇ ਸਹੀ ਤਰੀਕੇ ਨਾਲ। ਤੋ ਮਾਤਾ ਜੀ ਵੇਖ ਕੇ ਬੜੇ ਫਿਕਰਮੰਦ ਹੋਏ। ਬੋਲੀ ਮਹਾ ਪ੍ਰੀਤ ਮੈਂ ਬਾਨੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪ੍ਰੇਮ 'ਚ ਭਿੱਜੇ ਹੋਏ ਸਤਿਕਾਰਯੋਗ ਮਾਤਾ ਜੀ ਬੋਲੇ, ਸੁਨੋ ਤਾਤ ਚਿਤ ਬਾਤ ਵਿਚਾਰੋ। ਮਾਤਾ ਜੀ ਕਹਿਣ ਲੱਗੇ, ਹੇ ਪੁੱਤਰ ਸੁਣੋ, ਆਪਣੇ ਚਿੱਤ ਵਿੱਚ, ਮਨ ਦੇ ਵਿੱਚ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਵਿਚਾਰਿਓ ਜੋ ਮੈਂ ਕਹਿਣ ਲੱਗੀ ਹਾਂ। ਨਿਜ ਕਾਰਜ ਕੀਜੇ ਨਿਰਤਾਰੋ। ਬੇਟਾ ਆਪਣੇ ਕੰਮਕਾਰ ਕਰਿਆ ਕਰੋ, ਘਰ ਦੇ ਵੀ ਕੰਮ ਹੁੰਦੇ ਐ, ਹੋਰ ਵੀ ਕੰਮ ਹਨ। ਤੁਝ ਕਿਉਂ ਬਨੇ ਫਕੀਰਨ ਸੰਗਾ। ਪੁੱਤਰ ਜੀ ਤੁਸੀਂ ਫਕੀਰਾਂ ਦੇ ਵੱਲ ਚਲੇ ਜਾਂਦੇ ਹੋ, ਕੋਈ ਫਕੀਰ ਸਾਧੂ ਆਉਂਦਾ ਉਹਦੇ ਕੋਲ ਚਲੇ ਜਾਂਦੇ ਹੋ। ਏਦਾਂ ਫਕੀਰਾਂ ਦੇ ਨਾਲ ਮਾਤਾ ਜੀ ਨੂੰ ਤਾਂ ਵੀ ਫਿਕਰ ਪੈ ਗਿਆ ਕਿਤੇ ਫਕੀਰਾਂ ਨਾਲ ਹੀ ਨਾ ਟੁਰ ਜਾਏ, ਸਾਧੂਆਂ ਦੀ ਮੰਡਲੀ ਨਾਲ ਹੀ ਨਾ ਟੁਰ ਜਾਏ। ਮਾਤਾ ਜੀ ਸੋਚਦੇ, ਬੇਟਾ ਇਹਨਾਂ ਫਕੀਰੇ ਦਾ ਵਿਹਲੜ ਹੁੰਦੇ ਆ ਲੋਕ, ਜਿਹੜੇ ਆ ਬਾਹਰ ਫਿਰਦੇ ਹੁੰਦੇ ਆ, ਇਹਨਾਂ ਦੇ ਵਿੱਚ ਕਿਉਂ ਜਾਂਦੇ ਹੋ, ਤੁਸੀਂ ਨਾ ਜਾਇਆ ਕਰੋ। ਗ੍ਰਸਤ ਕਾਜ ਕਰੀਏ ਸੋ ਉਮੰਗਾ। ਜਿਹੜੇ ਗ੍ਰਸਤੀਆਂ ਦੇ ਕੰਮ ਹੁੰਦੇ ਆ, ਉਹ ਗ੍ਰਸਤੀਆਂ ਵਾਲੇ ਕਾਰਜ ਘਰ ਦੇ ਕਰਿਆ ਕਰੋ। ਆਪਣੇ ਘਰ ਦੇ ਕਿੰਨੇ ਕੰਮ ਨੇ, ਪਸ਼ੂਆਂ ਨੂੰ ਸਾਂਭਣਾ, ਖੇਤੀ ਦਾ ਕੰਮ ਹੈ, ਪਟਵਾਰੀ ਦੀ ਕਿਰਤ ਹੈ, ਕਿੰਨੇ ਕੰਮ ਨੇ ਘਰ ਦੇ। ਕ੍ਰਿਖੀ ਕਰਨ ਕੀ ਜੇ ਨੈ ਪ੍ਰੀਤੀ। ਇਹ ਪੁੱਤਰ ਜੇ ਤੇਰਾ ਮਨ ਨਹੀਂ ਮੰਨਦਾ ਖੇਤੀ ਕਰਨ ਨੂੰ, ਬਨ ਜੋ ਬਨਜ ਸਿੱਖੋ ਅਸਰੀਤੀ। ਤੇ ਬੇਟਾ ਵਪਾਰ ਕਰ ਲੈ ਕਿਸੇ ਚੀਜ਼ ਦਾ। ਪਿਤਾ ਜੀ ਨੂੰ ਕਹਿ ਤੈਨੂੰ ਪੈਸੇ ਦੇ ਦਿੰਦੇ ਐ, ਤੁਸੀਂ ਉਹਦਾ ਵਪਾਰ ਕਰ ਲਓ। ਜੇ ਖੇਤੀ ਵਿੱਚ ਮਨ ਨਹੀਂ ਲੱਗਦਾ ਤੇ ਵਪਾਰ ਦਾ ਕੋਈ ਕੰਮ ਸ਼ੁਰੂ ਕਰ ਲਵੋ। ਕਰੋ ਕਾਰ ਕੋ ਹੋਏ ਸੁਚੇਤਾ। ਔਰ ਸੁਚੇਤ ਹੋ ਕੇ, ਸਾਵਧਾਨ ਹੋ ਕੇ ਕੰਮ ਕਰਿਆ ਕਰੋ। ਏਦਾਂ ਜਿਵੇਂ ਤੁਸੀਂ ਲੇਟੇ ਰਹਿੰਦੇ ਹੋ, ਕਿਸੇ ਨਾਲ ਬੋਲਦੇ ਨਹੀਂ ਹੋ, ਗੱਲਬਾਤ ਨਹੀਂ ਕਰਦੇ ਹੋ, ਇਹ ਮੈਨੂੰ ਚੰਗਾ ਨਹੀਂ ਲੱਗਦਾ। ਖਰਚ ਸੰਭਾਰੋ ਆਪਨ ਨਕੇਤਾ। ਤੁਸੀਂ ਆਪਣੇ ਘਰ ਦਾ ਖਰਚ ਸੰਭਾਲੋ, ਘਰ ਦੀ ਜ਼ਿੰਮੇਵਾਰੀ ਸੰਭਾਲੋ। ਕਰ ਉਪਾਏ ਜਬ ਦਰਬੇ ਉਪਾਵੋ। ਬੇਟਾ ਜਦੋਂ ਤੁਸੀਂ ਵਪਾਰ ਕਰਕੇ ਜਾਂ ਹੋਰ ਕੰਮ ਕਰਕੇ ਪੈਸਾ ਕਮਾਓਗੇ, ਭਲ ਬਿਦ ਸੰਚੋ ਨਿਜ ਘਰ ਲਿਆਵੋ। ਉਹ ਪੈਸੇ ਲਿਆ ਕੇ ਘਰ ਵਿੱਚ ਤੁਸੀਂ ਇਕੱਠੇ ਕਰ ਲਿਓ, ਆਪਣੇ ਕੋਲ ਜਮ੍ਹਾਂ ਕਰ ਲਿਓ। ਕੋ ਖਤਰੀ ਤਬ ਕਰੇ ਨਿਹਾਰੋ। ਤੇ ਫਿਰ ਕੋਈ ਪਿਤਾ ਵੇਖ ਕੇ ਤੁਹਾਡੇ ਵੱਲ ਕਿ ਨਾਨਕ ਕਮਾਊ ਹੈ, ਇਹ ਕਮਾਈ ਕਰਦਾ, ਪੈਸਾ ਕਮਾਉਂਦਾ, ਤੁਹਾਡੇ ਇਹੋ ਜੀ ਕਮਾਈ ਨੂੰ ਵੇਖ ਕੇ ਲਖੇ ਕਮਾਊ ਸਹਿ ਪਰਿਵਾਰੋ। ਕੋਈ ਖੱਤਰੀ ਵੇਖੇਗਾ
ਕਿ ਤੁਸੀਂ ਕਮਾਊ ਉਹ ਪਰਿਵਾਰ ਦੇ ਸਮੇਤ ਉਹ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਦੇ ਹੋ। ਨਿਜ ਤਨੀਆਂ ਤੁਝ ਦਏ ਵਿਵਾਹੀ, ਉਹ ਆਪਣੀ ਲੜਕੀ ਤੁਹਾਨੂੰ ਵਿਆਹ ਦੇਗਾ। ਏਦਾਂ ਜਿਵੇਂ ਤੁਸੀਂ ਪਏ ਏਦਾਂ ਕਿਹਨੇ ਤੁਹਾਡੀ ਸ਼ਾਦੀ ਕਿਹਨੇ ਕਰਨੀ? ਕੌਣ ਆਪਣੀ ਲੜਕੀ ਦੇਗਾ ਤੁਹਾਨੂੰ? ਕੋਈ ਚੰਗੇ ਪਰਿਵਾਰ ਚੋਂ ਕਿਵੇਂ ਧੀ ਆਏਗੀ ਤੁਹਾਡੇ ਘਰ? ਜੇ ਤੁਸੀਂ ਕੰਮਕਾਰ ਕਰੋਗੇ, ਚੰਗੀ ਕਿਰਤ ਬਿਰਤ ਕਰੋਗੇ, ਘਰ ਦੀ ਜ਼ਿੰਮੇਵਾਰੀ ਸੰਭਾਲੋਗੇ, ਤੇ ਕੋਈ ਵੇਖੇਗਾ ਖੱਤਰੀ, ਉਹ ਆਪਣੀ ਧੀ ਦਾ ਡੋਲਾ ਤੁਹਾਨੂੰ ਦੇਵੇਗਾ, ਵਿਆਹ ਦੇਵੇਗਾ। ਸੋ ਜਸ ਹੋਏ ਸਭ ਲੋਕਨ ਮਾਹੀ, ਲੋਕਾਂ ਵਿੱਚ ਤੁਹਾਡਾ ਸੁਜਸ ਹੋਵੇਗਾ, ਦੁਨੀਆ ਵਿੱਚ ਸੋਭਾ ਹੋਵੇਗੀ। ਅਬ ਕਾਜਨ ਤੇ ਲਖੇ ਉਦਾਸੋ, ਹੁਣ ਤੁਸੀਂ ਇਹਨਾਂ ਕੰਮਾਂ ਕਾਰਾਂ ਤੋਂ ਉਦਾਸ ਵੇਖੇ ਜਾਂਦੇ ਹੋ। ਮਿਲ ਕਰ ਮਨੁਜ ਕਰੇ ਉਪਹਾਸੋ, ਤੇ ਆ ਲੋਕ ਸਾਨੂੰ ਮਿਲ ਕੇ ਇਹ ਉਪਹਾਸ ਕਰਦੇ ਆ, ਸਾਡਾ ਮਖੌਲ ਉਡਾਉਂਦੇ ਨੇ ਲੋਕ। ਕਹੇ ਨਿਲਾਇਕ ਤਿਨ ਕੋ ਤਾਤਾ, ਲੋਕ ਸਾਡੀ ਪਿੱਠ ਦੇ ਪਿੱਛੋਂ ਪਤਾ ਕੀ ਕਹਿੰਦੇ ਆ? ਪੁੱਤਰ ਨਾਨਕ, ਲੋਕ ਕਹਿੰਦੇ ਆ ਬੇਦੀਆਂ ਦਾ ਪੁੱਤਰ, ਪਟਵਾਰੀ ਦਾ ਪੁੱਤਰ, ਤ੍ਰਿਪਤਾ ਦਾ ਪੁੱਤਰ ਨਲਾਇਕ ਹੈ, ਉਹ ਕੋਈ ਕੰਮਕਾਰ ਨਹੀਂ ਕਰਦਾ। ਏਦਾਂ ਆਖਦੇ ਨੇ ਲੋਕ। ਕਛੂ ਨ ਕ੍ਰਿਤ ਕਰਨ ਕੀ ਗਿਆਤਾ, ਕਹਿੰਦੇ ਆ ਉਹਨੂੰ ਕੋਈ ਅਕਲ ਹੀ ਨਹੀਂ ਹੈ ਕੰਮ ਕਰਨ ਦੀ, ਉਹਨੂੰ ਕੋਈ ਕੰਮ ਕਰਨਾ ਨਹੀਂ ਆਉਂਦਾ। ਲਖੇ ਦਰਿਦਰੇ ਕੋ ਮਤਹੀਨਾ, ਕਈ ਕਹਿੰਦੇ ਆ ਵੀ ਦਲਿਦਰੀ ਹੈ, ਵੀ ਤ੍ਰਿਪਤਾ ਦਾ ਜਿਹੜਾ ਪੁੱਤਰ ਹੈ ਨਾ ਉਹ ਦਲਿਦਰੀ ਹੈ। ਕੋਈ ਕਹਿੰਦਾ ਅਕਲ ਕੋਈ ਨਹੀਂ ਹੈ, ਭੋਲਾ ਹੈ, ਸਧਾਰਨ ਹੈ, ਜਿਵੇਂ ਸਧਾਰਨ ਬੱਚੇ ਹੁੰਦੇ ਆ, ਏਦਾਂ ਕਹਿੰਦੇ ਆ ਲੋਕ। ਕੋ ਪਾਖੇ ਇਹ ਬਲ ਤੇ ਛੀਨਾ, ਕਈ ਕਹਿੰਦੇ ਆ ਕਮਜ਼ੋਰ ਆ, ਇਹਦੇ ਸਰੀਰ 'ਚ ਬਲ ਕੋਈ ਨਹੀਂ, ਤਾਣ ਕੋਈ ਨਹੀਂ। ਵਜਰ ਸਮਾਨ ਬਚਨ ਉਪਹਾਸੋ, ਪੁੱਤਰ ਜਦੋਂ ਲੋਕ ਏਦਾਂ ਦੀਆਂ ਗੱਲਾਂ ਕਰਦੇ ਨੇ ਨਾ ਹਾਸੇ ਹਾਸੇ ਵਿੱਚ, ਜਿਵੇਂ ਕਿ ਵਜਰ ਪੈਂਦਾ ਨਾ ਪਹਾੜ ਦੇ ਉੱਤੇ ਤੇ ਪਹਾੜ ਨੂੰ ਚੂਰਨ ਬਣਾ ਕੇ ਰੱਖ ਦਿੰਦਾ, ਏਦਾਂ ਲੋਕਾਂ ਦੇ ਬੋਲ ਵਜਰ ਵਾਂਗੂ ਮੇਰੇ ਕਲੇਜੇ 'ਚ ਵੱਜਦੇ ਹਨ। ਮੇਰਾ ਹਿਰਦਾ ਟੁੱਟ ਜਾਂਦਾ ਹੈ ਜਦੋਂ ਕਹਿੰਦੇ ਨੇ ਲੋਕ ਏਦਾਂ ਦੀਆਂ ਗੱਲਾਂ। ਕਹੇ ਸ਼ਰੀਕ ਈਰਖਾ ਜਾਸੋ, ਜਿਹੜੇ ਆਪਣੇ ਸ਼ਰੀਕ ਨੇ ਨਾ ਉਹ ਤਾਂ ਈਰਖਾ ਵਸ ਹੋ ਕੇ ਏਦਾਂ ਦੀਆਂ ਗੱਲਾਂ ਕਰਦੇ ਹਨ। ਹਮ ਉਰ ਜਰੇ ਜਾਏ ਸੋ ਕੈਸੇ, ਸ਼ਰੀਕਾਂ ਦੇ ਬੋਲ ਮੈਂ ਕਿਵੇਂ ਜਰਾਂ, ਤੇਰਾ ਪਿਤਾ ਕਿਵੇਂ ਜਰੇ ਸ਼ਰੀਕਾਂ ਦੇ ਬੋਲਾਂ ਕਬੋਲਾਂ ਨੂੰ। ਦੁਖੇ ਬਦਰ ਟਿਗ ਰੰਭਾ ਜੈਸੇ, ਜਿਵੇਂ ਬੇਰੀ ਦੇ ਕੋਲ ਕੇਲੇ ਦਾ ਬੂਟਾ ਦੁਖਦਾ ਨਾ, ਕੇਲੇ ਦਾ ਬੂਟਾ ਹੁੰਦਾ ਕੂਲਾ ਜਿਹਾ, ਬੇਰੀ ਦੇ ਕੋਲ ਹੋਵੇ ਨਾ ਤੇ ਬੇਰੀ ਹਿਲਦੀ ਆ ਜਦੋਂ, ਉਹ ਬਲੁੰਦਰ ਕੇ ਰੱਖ ਦਿੰਦਾ ਕੇਲੇ ਦੇ ਤਣੇ ਨੂੰ। ਏਦਾਂ ਇਹਨਾਂ ਸ਼ਰੀਕਾਂ ਦੇ ਬੋਲ ਸਾਡੇ ਹਿਰਦਿਆਂ ਨੂੰ ਬਲੁੰਦਰਦੇ ਹਨ। ਸੰਗਤ ਤਜੋ ਫਕੀਰਨ ਕੇਰੀ, ਬੇਟਾ ਜਿਹੜੇ ਫਕੀਰਾਂ ਦੇ ਟੋਲੇ ਆਉਂਦੇ ਆ ਵਿਹਲੜਾਂ ਦੇ, ਇਹਨਾਂ ਦਾ ਸੰਗ ਨਾ ਕਰਿਆ ਕਰ, ਇਹਨਾਂ ਦਾ ਸੰਗ ਛੱਡ ਦੇ। ਪੰਕਤ ਬੈਸੋ ਗਿਆਤਨ ਹੇਰੀ, ਆਪਣੇ ਚਾਚੇ ਤਾਇਆਂ ਦੇ ਪੁੱਤਰਾਂ ਭਤੀਜਿਆਂ ਨਾਲ ਬੈਠਿਆ ਕਰੋ, ਇਹਨਾਂ ਨਾਲ ਰਲ ਕੇ ਗੱਲਬਾਤ ਕਰਿਆ ਕਰੋ। ਜਿਉ ਜਿਉ ਨਿਜ ਕਰ ਹੀ ਸੋ ਕਾਜਾ, ਜਿਵੇਂ ਜਿਵੇਂ ਉਹ ਆਪੋ ਆਪਣੇ ਕੰਮਾਂ ਵਿੱਚ ਲੱਗੇ ਹੋਏ ਨੇ, ਤਿਉ ਤੁਮ ਕਰੋ ਤਾਤ ਲਖ ਲਾਜਾ। ਆਪਣੇ ਪਿਤਾ ਦੀ ਲਾਜ ਵੇਖ ਕੇ ਤੁਸੀਂ ਵੀ ਉਸੇ ਤਰ੍ਹਾਂ ਕੰਮਕਾਰ ਕਰੋ ਜਿਵੇਂ ਉਹ ਦੂਜੇ ਕਰਦੇ ਨੇ। ਤੁਹਾਡੇ ਨਾਲ ਦੇ ਸੰਗੀ ਜਿਹੜੇ ਤੁਹਾਡੇ ਹਾਣੀ ਨੇ, ਉਹਨਾਂ ਨੂੰ ਵੇਖ ਕੇ ਤੁਸੀਂ ਵੀ ਕੰਮਕਾਰ ਕਰਕੇ ਆਪਣੇ ਪਿਤਾ ਦੀ ਲਾਜ ਰੱਖੋ। ਸੁਨੇ ਸਬੇ ਬਚ ਜੇ ਕਹਿ ਮਾਤਾ, ਮਾਤਾ ਜੀ ਨੇ ਜਿੰਨੇ ਵਾਕ ਕਹੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸੁਣੇ। ਚਿਤ ਨਾ ਲਗਿਆ ਕੋ ਬਾਤਾ, ਮਾਤਾ ਜੀ ਦਾ ਕਿਹਾ ਕੋਈ ਵੀ ਬਚਨ ਮੇਰੇ ਸਾਹਿਬ ਦੇ ਚਿੱਤ ਨੂੰ ਨਹੀਂ ਲੱਗਾ। ਪੁਨ ਪੜ ਰਹੇ ਪਾਏ ਮੁਖ ਬਸਨਾ, ਪਾਤਸ਼ਾਹ ਨੇ ਨਾ ਕੋਈ ਹੂੰ ਕਿਹਾ ਅੱਗੋਂ ਨਾ ਹਾਂ ਕਿਹਾ, ਬਿਲਕੁਲ ਚੁੱਪ, ਤੇ ਚਿਹਰੇ ਦੇ ਉੱਤੇ ਚਾਦਰਾ ਲੈ ਕੇ ਪਾਤਸ਼ਾਹ ਲੇਟੇ ਰਹੇ। ਤੂਸ਼ਨ ਪਏ ਸੋ ਬੋਲੇ ਕਸਨਾ, ਕੁਝ ਨਹੀਂ ਬੋਲੇ ਮੇਰੇ ਪਾਤਸ਼ਾਹ, ਬਿਲਕੁਲ ਹੀ ਚੁੱਪ ਹਨ। ਪਰਾ ਭਗਤ ਮੈਂ ਭਗਤ ਦਸ਼ਾਸੀ, ਖਾਲਸਾ ਜੀ ਇਹਨੂੰ ਪਰਾ ਭਗਤੀ ਕਹਿੰਦੇ ਆ। ਪਰਾ ਭਗਤੀ ਵਿੱਚ ਜਿਵੇਂ ਭਗਤੀ ਦੀ ਹਾਲਤ ਹੁੰਦੀ ਹੈ ਨਾ ਭਗਤ ਦੀ, ਪਰਾ ਭਗਤੀ ਵਿੱਚ ਜਿਹੜੀ ਭਗਤ ਦੀ ਹਾਲਤ ਹੁੰਦੀ ਹੈ, ਮਹਾਰਾਜ ਜੀ ਉਹੋ ਜੀ ਦਸ਼ਾ ਦੇ ਵਿੱਚ ਨੇ, ਉਹੋ ਜੀ ਹਾਲਤ ਵਿੱਚ ਨੇ। ਤਸ ਬਿਦ ਕੀਨੀ ਸ਼੍ਰੀ ਸੁਖ ਰਾਸੀ, ਇੱਕ ਭਗਤ ਜਿਹੜਾ ਪਰਾ ਭਗਤੀ ਦੇ ਰਸ ਵਿੱਚ ਜਿਵੇਂ ਵਰਤਦਾ ਹੈ,
ਮਹਾਰਾਜ ਜੀ ਉਸ ਅਵਸਥਾ ਦੇ ਵਿੱਚ ਵਰਤ ਰਹੇ ਹਨ। ਰੈਨ ਦਿਵਸ ਪਰ ਰਹੇ ਨਿਕੇਤਾ, ਰਾਤ ਦਿਨ ਘਰ ਪਾਤਸ਼ਾਹ ਲੇਟੇ ਰਹਿੰਦੇ ਹਨ। ਵਿਚਰ ਨਾ ਬੋਲੇ ਕਬੇ ਸੁਚੇਤਾ, ਨਾ ਬਾਹਰ ਫਿਰਦੇ ਨੇ ਨਾ ਕਿਸੇ ਨਾਲ ਬੋਲਦੇ ਨੇ। ਪੇ ਉਨਮਤ ਨਿਮਗਨ ਆਨੰਦਾ, ਬਿਲਕੁਲ ਮਸਤ ਹੋ ਕੇ ਮਹਾਰਾਜ ਜੀ ਆਪਣੇ ਹੀ ਆਨੰਦ ਵਿੱਚ ਮਗਨ ਹਨ। ਸਰੁਜ ਲਖੇ ਨਰ ਤਨ ਸੁਖ ਕੰਦਾ, ਲੋਕ ਕਹਿੰਦੇ ਆ ਨਾਨਕ ਨੂੰ ਕੋਈ ਰੋਗ ਲੱਗਾ ਹੋਇਆ, ਇਹਦੇ ਤਨ ਨੂੰ ਕੋਈ ਰੋਗ ਚਿੰਬੜਿਆ ਹੋਇਆ। ਖਾਨ ਪਾਨ ਨੇ ਰੁਚ ਸੋ ਕਰਈ, ਇਹ ਖਾਨ ਪਾਨ ਵੀ ਨਹੀਂ ਕਰਦੇ, ਰੁਚੀ ਨਾਲ ਨਾ ਭੋਜਨ ਛਕਦੇ ਆ, ਚੰਗੇ ਤਰੀਕੇ ਨਾਲ ਨਾ ਜਲ ਛਕਦੇ ਨੇ। ਸ਼ਾਂਤ ਬ੍ਰਿਤੀ ਮੁਖ ਤੂਸ਼ਨ ਤਰਈ, ਸ਼ਾਂਤ ਬਿਰਤੀ ਔਰ ਮੁਖ ਤੋਂ ਵੀ ਬਿਲਕੁਲ ਚੁੱਪ ਰਹਿੰਦੇ ਹਨ। ਮਾਤੇ ਆਨ ਬੋ ਕਰ ਕਰ ਹੇਤੋ, ਮਾਤਾ ਜੀ ਕੋਲ ਆ ਕੇ ਬੜਾ ਲਾਡ ਕਰ ਕਰਕੇ ਅਸਨ ਖੁਆਵੇਂ ਮਦਰ ਸਮੇਤੋ, ਔਰ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਭੋਜਨ ਛਕਾਉਂਦੇ ਆ, ਧੱਕੇ ਨਾਲ ਮੁਖ ਵਿੱਚ ਬੁਰਕੀਆਂ ਪਾਉਂਦੇ ਹਨ। ਦੁਰਬਲ ਪਵਤਾਤ ਸਰੀਰਾ, ਨਾਲੇ ਕਹਿੰਦੀ ਆ ਮਾਤਾ ਪੁੱਤਰ ਨਾਨਕ ਤੁਹਾਡੇ ਸਰੀਰ ਦੇ ਅੰਗ ਦੁਰਬਲ ਹੋ ਗਏ ਨੇ। ਆ ਮੇਰਾ ਪੁੱਤ ਵੇਖੋ ਕਿਵੇਂ ਸੁੱਕ ਕੇ ਹਿੱਸ ਕੇ ਥੋੜਾ ਜਿਹਾ ਰਹਿ ਗਿਆ, ਨਿੱਕਾ ਜਿਹਾ ਮੂੰਹ ਰਹਿ ਗਿਆ ਮੇਰੇ ਲਾਲ ਦਾ। ਕਿਉਂ ਨਾ ਕਹੋ ਨਿਜ ਰੁਜ ਕੀ ਪੀਰਾ, ਬੇਟਾ ਦੱਸ ਤਾਂ ਸਹੀ, ਤੂੰ ਕੁਝ ਤਾਂ ਬੋਲ ਮੇਰਾ ਪੁੱਤ, ਵੀ ਤੇਰੇ ਮਨ 'ਚ ਕੀ ਦੁੱਖ ਹੈ, ਤੇਰੇ ਸਰੀਰ ਨੂੰ ਕੋਈ ਤਕਲੀਫ ਹੈ ਤਾਂ ਵੀ ਦੱਸ। ਆਨਨ ਪੀਤ ਅਚੰਚਲ ਅੰਗਾ, ਤੇਰਾ ਮੂੰਹ ਪੀਲਾ ਹੋ ਗਿਆ, ਸਰੀਰ ਦੇ ਅੰਗ ਵੀ ਤੇਰੇ ਸਥਿਲ ਹਨ। ਬਿਗਸ ਨਾ ਬੋਲੋ ਸੰਗੇ ਉਮੰਗਾ, ਕੁਝ ਨਹੀਂ ਬੋਲਦੇ, ਕਿਸੇ ਨਾਲ ਗੱਲ ਹੀ ਨਹੀਂ ਕਰਦੇ। ਨਿਜ ਸੰਗੀ ਕੇ ਸੰਗਮ ਮਾਈ, ਮਨ ਹੋਰ ਹੋ ਜਾਂਦਾ ਜੇ ਕਿਤੇ ਤੁਸੀਂ ਬਾਹਰ ਮਾੜਾ ਮੋਟਾ ਫਿਰੋ ਆਪਣੇ ਸਾਥੀਆਂ ਦੇ ਨਾਲ। ਮਿਲ ਕੇ ਵਿਚਰਤ ਕਿਉਂ ਤੁਮ ਨਾਈ, ਪੁੱਤਰ ਕਿਉਂ ਨਹੀਂ ਫਿਰਦੇ ਵਿਚਰਦੇ ਆਪਣੇ ਸਾਥੀਆਂ ਨਾਲ, ਆਪਣੇ ਮਿੱਤਰਾਂ ਨਾਲ। ਬਾਸੁਰ ਨਿਸਾ ਇਕਾਂਤ ਨਕੇਤੋ, ਰਾਤ ਦਿਨ ਘਰ ਵਿੱਚ ਇਕਾਂਤ ਵਿੱਚ ਪਏ ਪੁੱਤਰ ਜੀ ਤੁਸੀਂ ਅੱਕ ਨਹੀਂ ਜਾਂਦੇ ਇੱਥੇ? ਤੇ ਕਿਵੇਂ ਤੁਹਾਡਾ ਇੱਥੇ ਮਨ ਲੱਗਾ ਰਹਿੰਦਾ ਹੈ? ਪਰੇ ਰਹੋ ਕਿਉਂ ਕਰਤ ਨਾ ਹੇਤੋ, ਕਿਉਂ ਤੁਸੀਂ ਪਏ ਰਹਿੰਦੇ ਹੋ? ਕੋਈ ਤਨ 'ਚ ਖੇਚਲਾ ਤਾਂ ਵੀ ਦੱਸੋ ਕੀ ਕਾਰਨ ਹੈ? ਰੁਚ ਸੋ ਅਸਨ ਕਰਤ ਨੈ ਖਾਨਾ, ਰੁਚੀ ਨਾਲ ਭੋਜਨ ਵੀ ਨਹੀਂ ਛਕਦੇ। ਇਦੋਂ ਉਦਰ ਰੁਜ ਕੋ ਬਲਵਾਨਾ, ਬੇਟਾ ਕੋਈ ਪੇਟ ਵਿੱਚ ਰੋਗ ਹੈ ਤਾਂ ਵੀ ਦੱਸ, ਵੀ ਭੋਜਨ ਖਾਂਦਿਆਂ ਕੋਈ ਪੇਟ 'ਚ ਤਕਲੀਫ ਹੁੰਦੀ ਹੈ। ਮੋਹਰੋ ਮੋਜਨਨੀ ਇਵ ਪਾਕੀ, ਮਾਤਾ ਜੀ ਬਾਰ-ਬਾਰ ਇਦਾਂ ਪੁੱਛਦੇ ਹਨ। ਸੁਤੇ ਉਪਚਾਰ ਕਰਨ ਅਬਿਲਾਖੀ, ਕਿ ਮੈਂ ਆਪਣੇ ਪੁੱਤਰ ਦਾ ਕੋਈ ਉਪਚਾਰ ਕਰਾਵਾਂ, ਇਲਾਜ ਕਰਾਵਾਂ। ਮਨ ਕੀ ਮਨੇ ਮਨਾਵ ਮਹੇਸ਼ਾ, ਮਾਤਾ ਜੀ ਹਾਲੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੂੰ ਉਪਦੇਸ਼ ਨਹੀਂ ਦਿੱਤਾ ਹੈ, ਇਸ ਕਰਕੇ ਵੇਦੀਆਂ ਦੀ ਰੀਤ ਦੇ ਮੁਤਾਬਕ ਮਹੇਸ਼ ਮਨਾਉਂਦੇ ਨੇ। ਸੁਤ ਸਰੀਰ ਕੋ ਕਰੋ ਅਰੋਗਾ, ਅਰਦਾਸ ਕਰਦੇ ਆ ਮੇਰੇ ਪੁੱਤਰ ਦੇ ਸਰੀਰ ਨੂੰ ਅਰੋਗ ਕਰ ਦਿਓ। ਦਿਓ ਉਪਾਇਨ ਜਸ ਜਿਸ ਜੋਗਾ, ਮੈਂ ਭੇਟਾ ਭੇਟ ਕਰਾਂਗੀ, ਮੈਂ ਇਹ ਚੜਾਵਾ ਚੜਾਵਾਂਗੀ, ਇਦਾਂ ਸੁਖਣਾ ਸੁਖਦੇ ਆ ਮਾਤਾ ਜੀ। ਬੰਦੈ ਕਰ ਤਰ ਪਰ ਤਰ ਸਿਰ ਕੋ, ਔਰ ਜ਼ਮੀਨ ਤੇ ਸਿਰ ਧਰ ਧਰ ਕੇ ਮੱਥਾ ਟੇਕਦੇ ਆ, ਰੱਬ ਜੀ ਮੇਰੇ ਪੁੱਤਰ ਨੂੰ ਠੀਕ ਕਰ ਦਿਓ। ਨਮੋ ਕਰੇ ਸ਼੍ਰੀ ਲਖਮੀ ਬਰ ਕੋ, ਵਾਹਿਗੁਰੂ ਜੀ ਨੂੰ ਨਮਸਕਾਰ ਕਰਦੇ ਆ, ਮੇਰੇ ਅਕਾਲ ਪੁਰਖ ਜੀ ਮੇਰੇ ਪੁੱਤਰ ਨੂੰ ਅਰੋਗ ਕਰ ਦਿਓ। ਮੈਂ ਭਟਾਵਾਂ ਅਰਪਣ ਕਰਾਂਗੀ, ਮੈਂ ਦਾਨ ਪੁੰਨ ਕਰਾਂਗੀ। ਸੁਤ ਕਰ ਗੈ ਕਰ ਬਹੁਰੋ ਬੋਲੀ, ਫਿਰ ਗੁਰੂ ਨਾਨਕ ਸਾਹਿਬ ਦੀ ਬਾਹ ਫੜ ਕੇ ਨਾ ਫਿਰ ਮਾਤਾ ਜੀ ਬੋਲੇ, ਕਹੋ ਆਪਨੀ ਪੀਰਾ ਖੋਲੀ। ਬੇਟਾ ਦੱਸ ਤਾਂ ਸਹੀ ਕੀ ਪੀੜਾ ਹੈ ਤੈਨੂੰ? ਤਿਸ ਪਰ ਮੈਂ ਕਰਵਾਉ ਇਲਾਜ, ਮੈਂ ਉਹਦਾ ਕੋਈ ਇਲਾਜ ਕਰਵਾ ਦਿਆਂ। ਵੈਦ ਬੁਲਾਏ ਬਿਲਮ ਬਿਨ ਆਜਾ, ਮੈਂ ਬਿਨਾਂ ਦੇਰੀ ਤੂੰ ਅੱਜ ਹੀ ਡਾਕਟਰ ਸੱਦਦੀਆਂ, ਵੈਦ ਸੱਦਦੀਆਂ। ਮਸ਼ਟ ਕਰੀ ਬੇਦੀ ਕੁਲ ਨਾਥਾ, ਸਤਿਗੁਰੂ ਜੀ ਨੇ ਕੁਝ ਬੋਲੇ, ਮਹਾਰਾਜ ਬਿਲਕੁਲ ਚੁੱਪ, ਨੇਤਰ ਬੰਦ ਤੇ ਆਪਣੇ ਆਨੰਦ ਵਿੱਚ ਲੀਨ ਨੇ। ਉੱਤਰ ਨਾ ਦੇ ਕੋ ਜਨਨੀ ਸਾਥਾ, ਮਾਤਾ ਜੀ ਨੂੰ ਕੋਈ ਜਵਾਬ ਸਤਿਗੁਰੂ ਜੀ ਨੇ ਨਹੀਂ ਦਿੱਤਾ। ਸੁਧ ਲੇਵਨ ਆਵੇਂ ਸਭ ਗਿਆਤੀ, ਸਾਰੇ ਸੰਬੰਧੀ ਘਰ ਵਿੱਚ ਖਬਰ ਲੈਣ ਆਉਂਦੇ ਹਨ। ਜਿਨ ਕੋ ਨੈ ਅਸ ਰੀਤ ਸੁਹਾਤੀ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਇਹ ਰੀਤ ਚੰਗੀ ਨਹੀਂ ਲੱਗਦੀ, ਉਹ ਘਰ ਆਉਂਦੇ ਐ ਤੇ ਮਾਤਾ ਜੀ ਦੇ ਨਾਲ ਆ ਕੇ ਮਿਲਦੇ ਐ। ਪਿਤਾ ਜੀ ਨੂੰ ਕਹਿੰਦੇ ਆ ਵੀ ਤੁਹਾਡਾ ਇੱਕੋ ਇੱਕ ਪੁੱਤਰ ਹੈ ਤੇ ਤੁਸੀਂ ਧਿਆਨ ਨਹੀਂ ਦਿੰਦੇ, ਇੰਨੇ ਦਿਨਾਂ ਦਾ ਬਿਮਾਰ ਜਾਪਦਾ ਹੈ, ਤੁਸੀਂ ਕਿਸੇ ਵੈਦ ਨੂੰ ਸਿਆਣੇ ਨੂੰ ਸੱਦ ਕੇ ਇਲਾਜ ਕਿਉਂ ਨਹੀਂ ਕਰਾਉਂਦੇ?
ਪਟਵਾਰੀ ਸਾਹਿਬ ਪੈਸਾ ਤੁਸੀਂ ਜੋੜ ਕੇ ਰੱਖਿਆ ਹੋਇਆ, ਕਿਹੜੇ ਕੰਮ ਰਹਿ ਜਾਣਾ ਤੁਹਾਡਾ ਜੇ ਪੁੱਤ ਨੂੰ ਤੁਸੀਂ ਕਿਸੇ ਵੈਦ ਨੂੰ ਸੱਦ ਕੇ ਇਲਾਜ ਨਹੀਂ ਕਰਾਉਂਦੇ? ਤੋ ਵੈਦ ਹਰਦਾਸ ਜੀ ਆ ਰਹੇ ਨੇ, ਉਹਦੇ ਭਾਗ ਜਾਗ ਰਹੇ ਨੇ ਵੈਦ ਹਰਦਾਸ ਦੇ। ਉਹਦੇ ਪੂਰਬਲੇ ਜਨਮਾਂ ਦੀ ਬੰਦਗੀ, ਜਿੰਦ ਕੀਤੀ ਹੋਈ ਤਪੱਸਿਆ, ਉਹਦੇ ਫਲ ਮਿਲਣ ਦਾ ਸਮਾਂ ਆ ਰਿਹਾ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ, ਬੇਨਤੀ ਹੈ, ਖਾਲਸੇ ਪੰਥ ਦੇ ਪੂਜਨੀਕ ਮਾਤਾ ਸਾਹਿਬ ਦੇਵੀ ਜੀ, ਜਿਨ੍ਹਾਂ ਦਾ ਅੱਜ ਪਵਿੱਤਰ ਪਾਵਨ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ 7 ਤੋਂ 9:30 ਵਜੇ ਤੱਕ ਗੁਰਮਤਿ ਸਮਾਗਮ ਕਰਕੇ ਮਨਾਇਆ ਜਾ ਰਿਹਾ ਹੈ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨਾਲ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਮਾਤਾ ਜੀ ਦੀਆਂ ਅਸੀਸਾਂ ਦੇ ਪਾਤਰ ਬਣੋ। ਪੂਤਾ ਮਾਤਾ ਕੀ ਆਸੀਸ, 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 ਪੂਤਾ ਮਾਤਾ ਕੀ ਆਸੀਸ। ਨਿਮਖ ਨ ਬਿਸਰੋ ਤੁਮ ਕੋ ਹਰ ਹਰ, ਨਿਮਖ ਨ ਬਿਸਰੋ ਤੁਮ ਕੋ ਹਰ ਹਰ, ਨਿਮਖ ਨ ਬਿਸਰੋ ਤੁਮ ਕੋ ਹਰ ਹਰ, ਨਿਮਖ ਨ ਬਿਸਰੋ ਤੁਮ ਕੋ ਹਰ ਹਰ। ਸਦਾ ਭਜੋ ਜਗਦੀਸ਼, ਸਦਾ ਭਜੋ ਜਗਦੀਸ਼, ਸਦਾ ਭਜੋ ਜਗਦੀਸ਼, ਸਦਾ ਭਜੋ ਜਗਦੀਸ਼। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਬਬੇਕ, ਹੇ ਅਪਰੰਪਰ ਹਰ ਹਰੇ, ਹੈ ਪੀਓ ਵਣਿਆਰੇ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋਈਐ ਪਰੋਏ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਆਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਆਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿ ਵਾਹਿ। ਵਾਹਿਗੁਰੂ 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 दंडौत बंधन अनंत बार सर्व कला समरथ डोलंते राखो प्रभु नानक दे ताप लाहिया गुर सिरजनहार सतगुर अपने को बल जाई जिन पैज रखी सारे संसार कर मस्तक धार बालक रख लीनो प्रभ अमृत नाम महारस दीनो दास की लाज रखे मेहरबान गुरु नानक बोले बोले गुरु नानक बोले दर गए परवान दर गए परवान आनंद गुण निधान गुरु ग्रीवनवार कोल को माई लालना कोल को माई लालना कोल को माई लालना गुरमान दीना गुरमान दीना गुरमान दीना गुरमान दीना तुम्हारी लालना
सुन शब्द तुम्हारा मेरा मन दीना। सुन शब्द तुम्हारा मेरा मन